ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਹਸ ਖਟੇ ਲਖ ਕਉ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਸ਼ੈ ਪਾਵੈ। ਅਨਿਕ ਭੋਗ ਵਿਖਿਆ ਕੇ ਕਰੈ, ਨਹ ਤ੍ਰਿਪਤਾਵੈ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਬਾਬਾ ਮਾਇਆ ਸਾਥ ਨ ਹੋਏ, ਇਨ ਮਾਇਆ ਜਗ ਮੋਹਿਆ। ਵਿਰਲਾ ਬੁਝੈ ਕੋਇ, ਕੱਕੈ ਕੇਸ ਪੁੰਡਰ ਜਬ ਹੂਏ। ਵਿਣ ਸਾਬੂਣੈ ਉਜਲਿਆ, ਜਮ ਰਾਜੇ ਕੇ ਹੇਰੂ ਆਏ। ਮਾਇਆ ਕੈ ਸੰਗਲ ਬੰਦ ਲਿਆ, ਜਮ ਰਾਜੈ ਕੇ ਹੇਰੂ ਆਏ। ਮਾਇਆ ਕੈ ਸੰਗਲ ਬੰਦ ਲਿਆ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਰਹਿਮਤ ਹੋਈ। ਰਾਤ ਦੀ ਨੀਂਦ ਦੇ ਵਿੱਚੋਂ ਅੱਖ ਖੁੱਲ੍ਹੀ। ਅੱਖ ਦਾ ਸਵੇਰੇ ਖੁੱਲ੍ਹ ਜਾਣਾ ਇਹ ਉਸ ਮਾਲਕ ਦੀ ਰਹਿਮਤ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਹੋ ਸਕਦਾ ਹੈ ਕਿ ਕਈ ਐਸੇ ਵੀ ਲੋਕ ਜਿਹੜੇ ਰਾਤ ਨੂੰ ਸੁੱਤੇ ਤਾਂ ਹੋਣਗੇ, ਪਰ ਸਵੇਰ ਹੁੰਦਿਆਂ ਉਹਨਾਂ ਦੀ ਅੱਖ ਖੁੱਲ੍ਹ ਨਾ ਸਕੀ, ਉਹ ਸੰਸਾਰ ਤੋਂ ਚਲਾਣਾ ਕਰ ਗਏ। ਇਹ ਉਸ ਮਾਲਕ ਦੀ ਰਹਿਮਤ ਹੈ ਕਿ ਅੱਖ ਖੁੱਲ੍ਹੀ ਹੈ। ਕੇਵਲ ਅੱਖ ਹੀ ਨਹੀਂ ਖੁੱਲ੍ਹੀ, ਉਸ ਰਹਿਮਤ ਦੀ ਵਰਖਾ ਹੋਈ ਤੇ ਅਸੀਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਜੁੜ ਬੈਠਣ ਦੇ ਕਾਬਲ ਹੋ ਸਕੇ। ਕੇਵਲ ਜੁੜ ਬੈਠੇ ਹੀ ਨਹੀਂ ਆ ਸਾਧ ਸੰਗਤ, ਉਸ ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਵੀ ਸਰਵਣ ਕੀਤਾ ਹੈ। ਤੇ ਆਓ, ਜਿੱਥੇ ਬੜੇ ਪਿਆਰ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ, ਉੱਥੇ ਕੁਝ ਕੁ ਸਮਾਂ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ, ਆਸਾ ਰਾਗ ਦੇ ਵਿੱਚੋਂ ਪੱਟੀ ਲਿਖੀ ਉਸ ਪਾਵਨ ਬਾਣੀ ਦਾ ਜੋ ਪਾਵਨ ਬਚਨ ਆਪ ਸਰਬੱਤ ਸੰਗਤ ਨੇ ਸਰਵਣ ਕੀਤਾ ਹੈ। ਕੱਕੈ ਕੇਸ ਪੁੰਡਰ ਜਬ ਹੂਵੇ, ਵਿਣ ਸਾਬੂਣੈ ਉਜਲਿਆ। ਜਮ ਰਾਜੇ ਕੇ ਹੇਰੂ ਆਏ, ਮਾਇਆ ਕੈ ਸੰਗਲ ਬੰਦ ਲਿਆ। ਇਹਨਾਂ ਪਾਵਨ ਬਚਨਾਂ ਦੀ ਵਿਚਾਰ ਦੇ ਵਿੱਚ ਵੀ ਆਪਾਂ ਹਾਜ਼ਰੀ ਲਵਾਉਣੀ ਹੈ। ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਨੇ? ਕਹਿੰਦੇ ਇਨਸਾਨ ਦੇ ਉੱਤੇ ਇੱਕ ਐਸੀ ਅਵਸਥਾ ਆਈ ਹੈ, ਇੱਕ ਐਸੀ ਸਟੇਜ ਆਈ ਹੈ ਕਿ ਜਿਹੜੇ ਕਾਲੇ ਕੇਸ ਸੀ ਹੁਣ ਉਹ ਚਿੱਟੇ ਹੋ ਗਏ ਨੇ। ਤੇ ਚਾਹੀਦਾ ਤਾਂ ਇਹ ਸੀ ਕਿ ਜੇਕਰ ਉਹ ਜਵਾਨੀ ਤੱਕ ਮਾਲਕ ਦੀ ਯਾਦ ਵਿੱਚ ਨਹੀਂ ਜੁੜ ਸਕਿਆ, ਹੁਣ ਇਹ ਸਾਈਨ ਹੈ ਕਾਲੇ ਵਾਲਾਂ ਤੋਂ ਚਿੱਟੇ ਹੋ ਜਾਣਾ। ਇਹ ਸਾਈਨ ਹੈ
ਕਿ ਭਈ ਤੇਰਾ ਅੰਤਲਾ ਸਮਾਂ ਹੁਣ ਨਜ਼ਦੀਕ ਆ ਰਿਹਾ ਹੈ। ਇਹਨੂੰ ਨੈਗੇਟਿਵ ਨਹੀਂ ਲੈਣਾ ਸਾਧ ਸੰਗਤ। ਸਤਿਗੁਰੂ ਜੀ ਸਮਝਾਉਂਦੇ ਪਏ ਨੇ ਅੰਤਲਾ ਸਮਾਂ ਨਜ਼ਦੀਕ ਆ ਰਿਹਾ ਹੈ। ਪਰ ਕੀ ਦੇਖਿਆ, ਪਾਤਸ਼ਾਹ ਜੀ ਕਹਿੰਦੇ ਕਿ ਮਾਇਆ ਕੇ ਸੰਗਲ ਬੰਧ ਲਿਆ। ਅਜੇ ਵੀ ਇਹ ਇਨਸਾਨ ਮਾਇਆ ਦੇ ਸੰਗਲਾਂ ਦੇ ਵਿੱਚ, ਸੰਗਲ ਕਹਿ ਲਈਏ ਜੀ ਚੇਨਸ, ਮਾਇਆ ਦੇ ਸੰਗਲਾਂ ਦੇ ਵਿੱਚ, ਮਾਇਆ ਦੀਆਂ ਚੇਨਸ ਦੇ ਵਿੱਚ ਅਜੇ ਵੀ ਇਹ ਬੱਝਾ ਪਿਆ ਹੈ। ਸਤਿਗੁਰੂ ਜੀ ਕੀ ਸਮਝਾਉਂਦੇ ਪਏ ਨੇ, ਇਹੀ ਆਪ ਸਰਬੱਤ ਸੰਗਤ ਨਾਲ ਵਿਚਾਰ ਸਾਂਝੇ ਕਰਨੇ ਨੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਪਰਮਾਤਮਾ ਦੀ ਜਿਹੜੀ ਇਹ ਸਾਜੀ ਹੋਈ ਕਾਇਨਾਤ ਹੈ, ਤੁਸੀਂ ਦੇਖਿਆ ਹੋਏਗਾ ਜਾਂ ਨੋਟ ਕੀਤਾ ਹੋਏਗਾ, ਮਹਿਸੂਸ ਵੀ ਕੀਤਾ ਹੋਏਗਾ ਕਿ ਇਸ ਸਾਜੀ ਹੋਈ ਕਾਇਨਾਤ ਦੇ ਵਿੱਚ ਪਰਮਾਤਮਾ ਦਾ ਇੱਕ ਨਿਯਮ ਕੰਮ ਕਰਦਾ ਹੈ, ਪਰਮਾਤਮਾ ਦਾ ਇੱਕ ਰੂਲ ਕੰਮ ਕਰਦਾ ਹੈ। ਉਹ ਰੂਲ ਕੀ ਹੈ? ਚੇਂਜ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਬਦਲਾਅ, ਚੇਂਜ। ਇਹ ਚੇਂਜ ਚਾਹੇ ਇਨਸਾਨੀ ਜ਼ਿੰਦਗੀ ਹੈ, ਮਨੁੱਖ ਹੈ, ਹਿਊਮਨ ਬੀਇੰਗ ਹੈ, ਚਾਹੇ ਪੇੜ ਪੌਦੇ ਨੇ, ਪਸ਼ੂ ਪੰਛੀ ਨੇ, ਕੁਛ ਵੀ ਹੈ, ਹਰ ਇੱਕ ਦੀ ਜ਼ਿੰਦਗੀ ਦੇ ਵਿੱਚ, ਲਾਈਫ ਦੇ ਵਿੱਚ ਇਹ ਚੇਂਜ ਬੜਾ ਮੈਟਰ ਕਰਦਾ ਜੀ। ਜੇ ਚੇਂਜ ਨਹੀਂ ਹੈ, ਜੇ ਬਦਲਾਅ ਨਹੀਂ ਆਉਂਦਾ, ਜੇ ਚੇਂਜ ਨਹੀਂ ਆ ਰਿਹਾ, ਤੇ ਸਾਧ ਸੰਗਤ ਇਸ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਮੁਰਦੇ ਦੀ ਨਿਸ਼ਾਨੀ ਹੈ। ਇਹ ਮੁਰਦੇ ਦੀ ਨਿਸ਼ਾਨੀ ਹੈ। ਜੇ ਚੇਂਜ ਨਹੀਂ ਹੈ ਜ਼ਿੰਦਗੀ ਦੇ ਵਿੱਚ, ਤੇ ਕੋਈ ਵੀ ਇਨਸਾਨ ਜਿਹੜਾ ਹੈ ਨਾ, ਉਹ ਅਗਾਂਹ ਵੱਧ ਹੀ ਨਹੀਂ ਸਕਦਾ। ਚੇਂਜ ਦਾ ਜੀਵਨ ਦੇ ਵਿੱਚ ਹੋਣਾ ਬੜਾ ਜ਼ਰੂਰੀ ਹੈ। ਜੇ ਇਨਸਾਨੀ ਜ਼ਿੰਦਗੀ ਦੇ ਵਿੱਚ ਇਹਦੀ ਮਹੱਤਤਾ ਹੈ, ਪੂਰੀ ਕਾਇਨਾਤ ਵੱਲ, ਪੂਰੇ ਯੂਨੀਵਰਸ ਵੱਲ ਤੁਸੀਂ ਧਿਆਨ ਮਾਰ ਕੇ ਦੇਖੋ, ਪਲ ਪਲ ਦੇ ਉੱਤੇ ਚੇਂਜ ਆ ਰਿਹਾ ਹੈ। ਸਵੇਰ ਹੁੰਦੀ ਹੈ, ਸੂਰਜ ਆਕਾਸ਼ ਦੇ ਵਿੱਚ ਆਉਂਦਾ ਹੈ, ਸਾਰੇ ਸੰਸਾਰ ਦੇ ਵਿੱਚ ਰੌਸ਼ਨੀ ਫੈਲਦੀ ਹੈ। ਜਦੋਂ ਸ਼ਾਮ ਨੂੰ ਸੂਰਜ ਛਿਪ ਜਾਂਦਾ ਹੈ, ਸੈੱਟ ਹੋ ਜਾਂਦਾ ਹੈ, ਆਕਾਸ਼ ਦੇ ਵਿੱਚ ਚੰਦਰਮਾ ਆ ਜਾਂਦਾ, ਇਹ ਵੀ ਤਾਂ ਇੱਕ ਚੇਂਜ ਹੀ ਹੈ। ਦਿਨ ਦਾ ਰਾਤ ਦੇ ਵਿੱਚ ਚੇਂਜ ਹੋ ਜਾਣਾ, ਰਾਤ ਦਾ ਦਿਨ ਦੇ ਵਿੱਚ ਚੇਂਜ ਹੋ ਜਾਣਾ। ਸਪੋਜ਼ ਕਰੋ ਜੇਕਰ ਇਸ ਤਰ੍ਹਾਂ ਹੋਵੇ ਹੀ ਨਾ ਤੇ ਕੀ ਹੋਏ? ਜੇ ਚੇਂਜ ਹੈ, ਦਿਨ ਰਾਤ ਦਾ ਸਰਕਲ ਹੈ, ਤਾਂ ਹੀ ਤਾਂ ਇਹ ਸੰਸਾਰ ਦੀ ਮੂਵਮੈਂਟ ਚੱਲਦੀ ਪਈ ਹੈ। ਤੇ ਜੇਕਰ ਇਹ ਦਿਨ ਰਾਤ ਦਾ ਸਰਕਲ ਹੀ ਨਾ ਹੋਏ ਜਿਹੜਾ ਪਰਮਾਤਮਾ ਨੇ ਬਣਾਇਆ ਹੋਇਆ ਹੈ, ਤੇ ਥੋੜਾ ਜਿਹਾ ਇਮੈਜਿਨ ਕਰਕੇ ਦੇਖੀਏ ਕੀ ਹੋਏਗਾ। ਮੇਰੇ ਖਿਆਲ ਦੇ ਵਿੱਚ ਹੈ ਕਿ ਜਿਹੜਾ ਸੰਸਾਰ ਅੱਜ ਸਾਨੂੰ ਨਜ਼ਰ ਆ ਰਿਹਾ ਹੈ ਨਾ, ਬੜਾ ਖੁਸ਼ਹਾਲ, ਬੜਾ ਹਰਿਆ ਭਰਿਆ, ਇਸ ਤਰ੍ਹਾਂ ਦੀ ਇਹਦੀ ਸਿਚੁਏਸ਼ਨ ਨਹੀਂ ਹੋਏਗੀ ਜੇ ਚੇਂਜ ਨਾ ਹੋਵੇ। ਤੇ ਹੁਣ ਦੇਖੋ, ਹਰ ਸਾਲ ਇੱਕ ਜਿਹੜੀ ਧਰਤੀ ਹੈ ਸੂਰਜ ਦਾ ਚੱਕਰ ਲਗਾਉਂਦੀ ਹੈ ਜੀ, ਚੰਦਰਮਾ ਧਰਤੀ ਦਾ ਚੱਕਰ ਲਗਾ ਰਿਹਾ ਹੈ। ਇਹ ਵੀ ਤਾਂ ਇੱਕ ਚੇਂਜ ਹੀ ਹੈ। ਧਰਤੀ ਜਦੋਂ ਦੂਸਰੀ ਸਾਈਡ ਤੇ ਜਾਂਦੀ ਹੈ, ਸੀਜ਼ਨ ਚੇਂਜ ਹੋ ਜਾਂਦੇ ਨੇ, ਰੁੱਤਾਂ ਬਦਲਦੀਆਂ ਨੇ। ਇਹ ਸੀਜ਼ਨਸ ਦਾ ਚੇਂਜ ਹੋਣਾ, ਰੁੱਤਾਂ ਦਾ ਬਦਲਣਾ, ਇਹ ਵੀ ਸੰਸਾਰ ਦੇ ਵਾਸਤੇ ਬੜਾ ਇੰਪੋਰਟੈਂਟ ਹੈ, ਬੜਾ ਮਹੱਤਵਪੂਰਨ ਹੈ। ਜੇਕਰ ਇਹਨਾਂ ਦੇ ਵਿੱਚ ਕੋਈ ਚੇਂਜ ਨਾ ਹੋਏ, ਤੇ ਤੁਸੀਂ ਖਿਆਲ ਕਰਕੇ ਦੇਖੋ, ਜਿਹੜੇ ਅਨਾਜ ਅਸੀਂ ਯੂਜ਼ ਕਰਦੇ ਹਾਂ, ਖਾਂਦੇ ਹਾਂ, ਉਹ ਅਨਾਜ ਵੀ ਜਿਹੜੇ ਨੇ ਨਾ ਸੀਜ਼ਨ ਦੇ ਨਾਲ ਸੰਬੰਧ ਰੱਖਦੇ ਨੇ। ਜਿਹੜੇ ਫਰੂਟਸ ਆਪਾਂ ਖਾਂਦੇ ਹਾਂ, ਉਹਨਾਂ ਫਰੂਟਸ ਦਾ ਸੰਬੰਧ ਵੀ ਸੀਜ਼ਨਸ ਦੇ ਨਾਲ ਹੈ। ਤੇ ਜੇਕਰ ਸੀਜ਼ਨ ਹੀ ਚੇਂਜ ਨਹੀਂ ਹੋਏਗਾ, ਤੇ ਗਰਮੀਆਂ ਦੇ ਵਿੱਚ ਜਿਹਨੂੰ ਫਰੂਟਸ ਆਫ ਕਿੰਗ ਕਿਹਾ ਜਾਂਦਾ ਹੈ, ਇੰਡੀਆ ਦੀ ਗੱਲ ਕਰ ਲਈਏ ਜਾਂ ਪਾਕਿਸਤਾਨ ਦੀ ਗੱਲ ਕਰ ਲਈਏ, ਉੱਥੇ ਅੰਬ ਜਿਹੜਾ ਹੈ ਨਾ ਫਰੂਟਸ ਆਫ ਕਿੰਗ ਮੰਨਿਆ ਜਾਂਦਾ ਹੈ। ਜੇ ਗਰਮੀ ਨਹੀਂ ਆਏਗੀ ਤੇ ਉਹ ਅੰਬ ਜਿਹੜਾ ਹੈ ਨਾ ਫਲ, ਉਹ ਪੈਦਾ ਨਹੀਂ ਹੋ ਪਾਏਗਾ। ਐਸੇ ਕਈ ਹੋਰ ਫਲ ਜਿਹੜੇ ਸੀਜ਼ਨ ਦੇ ਵਿੱਚ, ਸੀਜ਼ਨ ਦਾ ਉਹਨਾਂ ਦਾ ਸੀਜ਼ਨ ਹੋਏ ਤੇ ਉਹ ਫਲ ਜਿਹੜੇ ਨੇ ਲੱਗਦੇ ਨੇ ਦਰਖਤ ਨੂੰ, ਨਹੀਂ ਤੇ ਨਹੀਂ ਲੱਗਣਗੇ। ਸੋ ਚੇਂਜ ਦਾ ਜ਼ਿੰਦਗੀ ਦੇ ਵਿੱਚ ਬੜਾ ਮਹੱਤਵਪੂਰਨ ਸਥਾਨ ਹੈ। ਇੱਕ ਛੋਟਾ ਜਿਹਾ ਬੀਜ, ਇੱਕ ਸੀਡ ਤੁਸੀਂ ਜ਼ਮੀਨ ਦੇ ਵਿੱਚ ਬੀਜ ਦਿਓ, ਜੇਕਰ ਉਹਦੇ ਵਿੱਚ ਕੋਈ ਚੇਂਜ ਨਾ ਆਏ, ਉਸ ਸੀਡ ਦੇ ਵਿੱਚ ਜੇਕਰ ਕੋਈ ਚੇਂਜ ਨਾ ਆਏ, ਉਹ ਪੌਦਾ ਨਹੀਂ ਬਣ ਪਾਏਗਾ, ਉਹ ਦਰਖਤ ਨਹੀਂ ਬਣ ਪਾਏਗਾ। ਕਦੇ ਵੀ ਤੁਹਾਡੇ ਹੱਥ ਦੇ ਵਿੱਚ ਉਸ
ਦਰਖਤ ਨੂੰ ਲੱਗਾ ਹੋਇਆ ਫਲ ਨਹੀਂ ਆ ਸਕੇਗਾ ਜੇਕਰ ਉਹ ਛੋਟਾ ਜਿਹਾ ਬੀਜ ਜਿਹੜਾ ਤੁਸੀਂ ਜ਼ਮੀਨ ਦੇ ਵਿੱਚ ਬੀਜਿਆ ਹੋਇਆ ਹੈ ਨਾ, ਉਹਦੇ ਵਿੱਚ ਕੋਈ ਚੇਂਜ ਨਾ ਆਏ। ਜਦੋਂ ਬੀਜਦੇ ਆ ਸਾਨੂੰ ਪਤਾ ਹੈ, ਤੁਹਾਨੂੰ ਵੀ ਪਤਾ ਹੈ, ਘਰ ਦੇ ਵਿੱਚ ਤੁਸੀਂ ਕਿਸੇ ਫਲਾਵਰ ਪੌਟ ਦੇ ਵਿੱਚ ਕੋਈ ਬੀਜ ਬੀਜ ਦਿਓ, ਚਾਹੇ ਫੁੱਲਾਂ ਦਾ ਹੋਵੇ, ਫਲਾਵਰਸ ਦਾ ਹੋਵੇ, ਚਾਹੇ ਕੋਈ ਫਲਾਂ ਦਾ ਹੋਵੇ, ਤੁਹਾਨੂੰ ਪਤਾ ਹੈ ਤੁਸੀਂ ਉਹਨੂੰ ਬੀਜਣ ਤੋਂ ਬਾਅਦ ਪਾਣੀ ਦਿੰਦੇ ਹੋ, ਪਾਣੀ ਪਾਓਗੇ, ਉਹ ਜਿਹੜਾ ਸੀਡ ਹੈ ਜ਼ਮੀਨ ਦੇ ਵਿੱਚ ਜਾਂ ਪੌਟ ਦੇ ਵਿੱਚ ਬੀਜਿਆ ਹੋਇਆ, ਉਹਦਾ ਪ੍ਰੋਸੈਸ ਸਟਾਰਟ ਹੋ ਜਾਂਦਾ ਹੈ। ਉਹ ਜਦੋਂ ਤੁਸੀਂ ਬੀਜਿਆ ਸੀ ਉਹ ਪੂਰਾ ਹੋਲ ਸੀ, ਸਾਬਤ ਸੀ। ਸਾਬਤ ਮੀਨਸ ਹੋਲ ਸੀਡ ਤੁਸੀਂ ਬੀਜਿਆ ਸੀ, ਪਰ ਜ਼ਮੀਨ ਦੇ ਵਿੱਚ ਜਦੋਂ ਬੀਜ ਦਿੱਤਾ ਉਹ ਫਿਰ ਬਸਟ ਹੁੰਦਾ ਹੈ, ਉਹਦਾ ਪ੍ਰੋਸੈਸ ਸਟਾਰਟ, ਉਹਦੇ ਵਿੱਚ ਚੇਂਜ ਆਉਣਾ ਸ਼ੁਰੂ ਹੋ ਜਾਂਦਾ ਹੈ ਨਾ, ਬਸਟ ਹੁੰਦਾ ਹੈ, ਉਹਦੇ ਵਿੱਚੋਂ ਫਿਰ ਸਪਰਾਊਟ ਨਿਕਲਦਾ ਹੈ। ਤੇ ਜੇਕਰ ਸਪੋਜ਼ ਕਰ ਲਓ ਉਹ ਜ਼ਮੀਨ ਦੇ ਵਿੱਚ ਬੀਜਿਆ ਹੋਇਆ ਬੀਜ ਜਿਹੜਾ ਹੈ ਉਹ ਚੇਂਜ ਹੀ ਨਾ ਹੋਏ, ਉਹ ਬਸਟ ਹੀ ਨਾ ਹੋਏ, ਉਹਦੇ ਵਿੱਚੋਂ ਸਪਰਾਊਟ ਨਹੀਂ ਨਿਕਲੇਗਾ। ਜੇ ਸਪਰਾਊਟ ਨਹੀਂ ਨਿਕਲੇਗਾ ਤੇ ਨਾ ਤਾਂ ਉਹ ਪੌਦਾ ਬਣ ਸਕੇਗਾ, ਨਾ ਉਹ ਦਰਖਤ ਬਣ ਸਕੇਗਾ, ਟਰੀ ਬਣ ਸਕੇਗਾ। ਸੋ ਇਹਦਾ ਭਾਵ ਇਹ ਹੋਇਆ ਕਿ ਚੇਂਜ ਹਰ ਇੱਕ ਵਸਤੂ ਵਾਸਤੇ ਬਹੁਤ ਜ਼ਰੂਰੀ ਹੈ, ਚਾਹੇ ਇਨਸਾਨ ਹੈ ਤੇ ਚਾਹੇ ਪੇੜ ਪੌਦੇ, ਪਸ਼ੂ ਪੰਛੀ, ਕੁਛ ਵੀ ਹੋਵੇ, ਹਰ ਇੱਕ ਦੇ ਵਿੱਚ ਚੇਂਜ। ਹੁਣ ਤੁਸੀਂ ਦੇਖੋ, ਕਾਰ ਡਰਾਈਵ ਕਰਦੇ ਹੋ, ਕਾਰ ਦੇ ਵਿੱਚ ਤੁਹਾਨੂੰ ਆਇਲ ਜਿਹੜਾ ਹੈ ਉਹ ਚੇਂਜ ਕਰਵਾਉਣਾ ਪੈਂਦਾ ਹੈ। ਤੇ ਜੇਕਰ ਮੰਨ ਲਓ ਤੁਸੀਂ ਆਇਲ ਚੇਂਜ ਨਾ ਕਰਵਾਓ, ਤੁਸੀਂ ਕਿਤੇ ਲੰਬੇ ਸਫ਼ਰ ਤੇ ਜਾਣਾ ਹੋਵੇ, ਆਇਲ ਚੇਂਜ ਨਹੀਂ ਕਰਾਇਆ, ਤੇ ਕੀ ਤੁਹਾਡਾ ਉਹ ਸਫ਼ਰ ਜਿਹੜਾ ਹੈ ਉਹ ਕੰਪਲੀਟ ਹੋ ਸਕੇਗਾ? ਹੋ ਸਕਦਾ ਹੈ ਤੁਸੀਂ ਅਜੇ ਸਿੰਗਾਪੁਰ ਵੀ ਕ੍ਰਾਸ ਨਹੀਂ ਕੀਤਾ, ਤੁਹਾਡੀ ਕਾਰ ਦੇ ਵਿੱਚ ਕੋਈ ਫਾਲਟ ਆ ਜਾਏ। ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਤੁਸੀਂ ਆਪਣੀ ਕਾਰ ਦੇ ਵਿੱਚ, ਜਦੋਂ ਦੀ ਬਾਏ ਕੀਤੀ ਸੀ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਆਇਲ ਨੂੰ ਚੇਂਜ ਕਰਾਇਆ ਹੀ ਨਹੀਂ। ਤੇ ਜੇ ਸਮੇਂ-ਸਮੇਂ ਤੇ ਚੇਂਜ ਕਰਾਉਂਦੇ ਰਹੀਏ ਤੇ ਕਾਰ ਵੀ ਬੜੀ ਸਮੂਥਲੀ ਚੱਲਦੀ ਹੈ। ਸੋ ਇਹਦਾ ਭਾਵ ਚਾਹੇ ਪਰਮਾਤਮਾ ਦੁਆਰਾ ਪੈਦਾ ਕੀਤੇ ਹੋਏ ਜੀਵ ਨੇ, ਪਰਮਾਤਮਾ ਦੁਆਰਾ ਪੈਦਾ ਕੀਤੀਆਂ ਹੋਈਆਂ ਵਸਤੂਆਂ ਨੇ, ਕ੍ਰੀਏਚਰ ਹੈ, ਚਾਹੇ ਮੈਨ ਮੇਡ ਕਈ ਥਿੰਗਸ ਨੇ, ਹਰ ਇੱਕ ਦੇ ਲਈ ਚੇਂਜ ਬੜਾ ਜ਼ਰੂਰੀ ਹੈ। ਪਰ ਖਿਆਲ ਕਰਿਓ ਸਾਧ ਸੰਗਤ, ਇਹ ਚੇਂਜ ਪ੍ਰਮਾਤਮਾ ਨੇ ਬਣਾਇਆ ਹੋਇਆ ਹੈ। ਇਹ ਚੇਂਜ ਵਾਲਾ ਜਿਹੜਾ ਰੂਲ ਹੈ ਨਾ, ਨਿਯਮ ਜਿਹੜਾ ਹੈ ਨਾ, ਇਹ ਪ੍ਰਮਾਤਮਾ ਨੇ ਬਣਾਇਆ ਹੋਇਆ ਹੈ। ਤੇ ਜਦੋਂ ਸੰਸਾਰ ਦੇ ਵਿੱਚ ਕੋਈ ਚੇਂਜ ਹੁੰਦਾ ਹੈ, ਸੰਸਾਰ ਦੇ ਵਿੱਚ ਕੋਈ ਬਦਲਾਅ ਹੁੰਦਾ ਹੈ, ਉਹ ਅਸੀਂ ਨਾਰਮਲੀ ਅਸੈਪਟ ਕਰ ਲੈਂਦੇ ਹਾਂ, ਕਿਉਂਕਿ ਉਹ ਸਾਡੇ ਹੱਥ ਵਿੱਚ ਨਹੀਂ ਹੈ। ਜਿਹੜਾ ਪ੍ਰਮਾਤਮਾ ਦਾ ਰੂਲ ਹੈ ਚੇਂਜ ਵਾਲਾ, ਉਹ ਪ੍ਰਮਾਤਮਾ ਆਪਣੇ ਸਿਸਟਮ ਦੇ ਅਕੋਰਡਿੰਗਲੀ ਚੇਂਜ ਕਰਦਾ ਹੈ ਸੰਸਾਰ ਦੇ ਵਿੱਚ। ਸੀਜ਼ਨ ਦਾ ਚੇਂਜ ਹੋਣਾ ਸਾਡੇ ਹੱਥ ਵਿੱਚ ਨਹੀਂ ਹੈ, ਪ੍ਰਮਾਤਮਾ ਨੇ ਕਰਨਾ ਹੈ। ਸੂਰਜ ਦਾ ਰਾਈਸ ਹੋਣਾ ਜਾਂ ਸੈੱਟ ਹੋਣਾ ਸਾਡੇ ਹੱਥ ਵਿੱਚ ਨਹੀਂ ਹੈ, ਮਾਲਕ ਦੇ ਆਪਣੇ ਹੱਥ ਵਿੱਚ ਹੈ। ਗਰਮੀ ਸਰਦੀ ਦਾ ਆਉਣਾ ਸਾਡੇ ਹੱਥ ਵਿੱਚ ਨਹੀਂ ਹੈ, ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਅਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ। ਜੋ ਕੁਝ ਵੀ ਨੈਚੁਰਲੀ ਚੇਂਜ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ, ਲਾਈਫ ਦੇ ਵਿੱਚ, ਉਹ ਅਸੀਂ ਅਸੈਪਟ ਕਰਦੇ ਹਾਂ। ਕੁਝ ਐਸੀਆਂ ਵਸਤੂਆਂ ਨੇ ਜਿਹੜੀਆਂ, ਕੁਝ ਐਸੇ ਕੰਮ ਕਹਿ ਲਈਏ ਜਿਹੜੇ ਆਪਣੇ ਹੱਥ ਵਿੱਚ ਵੀ ਨੇ, ਕੁਝ ਇਨਸਾਨ ਦੇ ਹੱਥ ਦੇ ਵਿੱਚ ਵੀ ਨੇ। ਪਰਮਾਤਮਾ ਨੇ ਇਨਸਾਨ ਨੂੰ ਵੀ ਜ਼ਿੰਮੇਵਾਰੀ ਦਿੱਤੀ ਹੈ ਨਾ, ਕਿਉਂਕਿ ਸਰਦਾਰ ਚੋਂ ਬਣਾਇਆ ਇਨਸਾਨ ਨੂੰ ਪਰਮਾਤਮਾ ਨੇ, ਤੇ ਇਹਦੇ ਆਪਣੇ ਹੱਥ ਵਿੱਚ ਵੀ ਕੁਝ ਜ਼ਿੰਮੇਵਾਰੀਆਂ ਨੇ। ਇਹ ਵੀ ਕੁਝ ਚੇਂਜ ਕਰ ਸਕਦਾ ਹੈ। ਜਿਵੇਂ ਮੈਂ ਕਾਰ ਖਰੀਦੀ ਹੈ ਤੇ ਮੇਰੀ ਜ਼ਿੰਮੇਵਾਰੀ ਹੈ ਨਾ ਉਹਦੀ ਸੰਭਾਲ ਕਰਨੀ, ਉਹਦਾ ਆਇਲ ਚੇਂਜ ਕਰਾਉਣਾ ਮੇਰੀ ਜ਼ਿੰਮੇਵਾਰੀ ਹੈ, ਮੇਰੇ ਗਵਾਂਢੀ ਦੀ ਨਹੀਂ ਹੈ, ਮੇਰੇ ਨੇਬਰ ਦੀ ਨਹੀਂ ਹੈ, ਮੈਨੂੰ ਕਰਵਾਉਣਾ ਪਏਗਾ, ਮੇਰੀ ਜ਼ਿੰਮੇਵਾਰੀ ਬਣਦੀ ਹੈ। ਸੋ ਕੁਝ ਕੁ ਜ਼ਿੰਮੇਵਾਰੀਆਂ ਇਨਸਾਨ ਨੂੰ ਵੀ ਪ੍ਰਮਾਤਮਾ ਨੇ ਦਿੱਤੀਆਂ ਨੇ ਚੇਂਜ ਦੀਆਂ। ਇਹ ਇਨਸਾਨ ਜਿਹੜਾ ਹੈ ਨਾ, ਇਹ ਕਿਸੇ ਦੇ ਵਿੱਚ ਕੋਈ ਔਗੁਣ ਦੇਖੇ ਉਹਨੂੰ ਚੇਂਜ ਕਰਨ ਦੀ, ਉਹਨੂੰ ਦੱਸੇਗਾ ਭਈ ਤੈਨੂੰ ਇਹ ਚੇਂਜ ਕਰਨਾ ਚਾਹੀਦਾ ਹੈ। ਆਪਣੇ ਅੰਦਰ ਹੋਵੇ ਉਹਦੇ ਵੱਲ ਝਾਤੀ ਨਹੀਂ ਮਾਰਦਾ। ਇਹ ਇੱਕ ਵੱਖਰਾ ਵਿਸ਼ਾ ਬਣ ਜਾਂਦਾ ਵੈਸੇ, ਪਰ ਜੇਕਰ ਗੌਰ ਦੇ ਨਾਲ ਦੇਖਿਆ ਜਾਏ ਨਾ, ਉਸ ਪ੍ਰਮਾਤਮਾ ਦੇ ਬਣਾਏ ਹੋਏ ਰੂਲ ਦੇ ਅਕੋਰਡਿੰਗਲੀ ਇਨਸਾਨ ਦੀ ਬਾਡੀ ਦੇ ਵਿੱਚ ਵੀ ਬੜਾ ਚੇਂਜ ਆਉਂਦਾ ਹੈ। ਤੁਹਾਨੂੰ ਪਤਾ ਹੈ, ਸਾਰੇ ਸਿਆਣੇ ਬੈਠੇ ਹੋ, ਬੱਚੇ ਦਾ ਜਨਮ ਹੁੰਦਾ ਹੈ, ਅਜੇ ਜਨਮ ਹੋਇਆ ਹੈ, ਨਿਊ ਬੌਰਨ ਬੇਬੀ ਹੈ, ਉਹਦਾ ਸਰੀਰ ਤੁਸੀਂ ਦੇਖੋਗੇ ਗੌਰ ਦੇ ਨਾਲ, ਤੇ ਜਨਮ ਤੋਂ ਕੁਝ ਦਿਨ ਬਾਅਦ, ਮੈਂ ਮਹੀਨੇ ਦੀ ਗੱਲ ਨਹੀਂ ਅਜੇ ਕੀਤੀ, ਕੁਝ ਦਿਨਾਂ ਬਾਅਦ ਦੇਖੋਗੇ ਤਾਂ ਤੁਹਾਨੂੰ ਹਲਕਾ ਜਿਹਾ ਚੇਂਜ ਉਹਦੀ ਬਾਡੀ ਦੇ ਵਿੱਚ ਨਜ਼ਰ ਆ ਜਾਏਗਾ। ਕੁਝ ਮਹੀਨੇ ਲੰਘਣਗੇ, ਤੁਹਾਨੂੰ ਹੋਰ ਚੇਂਜ ਆਏਗਾ। ਸਾਲ 2 ਸਾਲ, ਹੌਲੀ ਹੌਲੀ ਫਿਰ ਉਹ ਚੱਲਣਾ ਸ਼ੁਰੂ ਕਰ ਦਿੰਦਾ ਹੈ, ਉੱਠਣਾ ਬੈਠਣਾ, ਫਿਰ ਚੱਲਣਾ ਸ਼ੁਰੂ ਕਰ ਦਿੰਦਾ। ਇਹ ਸਾਰੇ ਚੇਂਜ ਨੇ ਜਿਹੜੇ ਆ ਰਹੇ ਨੇ ਬਾਡੀ ਦੇ ਵਿੱਚ। ਫਿਰ ਇੱਕ ਐਸਾ ਸਮਾਂ ਆਉਂਦਾ ਜਦੋਂ ਜਵਾਨ ਹੋ ਜਾਂਦਾ ਹੈ ਜੀ।
ਜਵਾਨ ਹੋ ਗਿਆ ਜੀ, ਕੋਈ 13-14 ਸਾਲਾਂ ਦਾ ਹੋ ਗਿਆ ਹੁਣ। ਤੇ ਫਿਰ ਜਦੋਂ 2 ਸਾਲ ਹੋਰ ਲੰਘਦੇ ਨੇ, ਫਿਰ ਸਰੀਰ ਦੇ ਉੱਤੇ ਕੇਸ ਆਉਣੇ ਸ਼ੁਰੂ ਹੋ ਜਾਂਦੇ ਨੇ। ਕੇਸ ਆਉਣ ਤੋਂ ਭਾਵ ਦਾੜੀ, ਚਿਹਰੇ ਤੇ ਦਾੜੀ ਆਉਣੀ ਸ਼ੁਰੂ ਹੁੰਦੀ ਹੈ। ਇਹ ਚੇਂਜ ਨੇ, ਹੌਲੀ ਹੌਲੀ ਸਰੀਰ ਦੇ ਵਿੱਚ ਚੇਂਜ ਆਉਣੇ ਸ਼ੁਰੂ ਹੁੰਦੇ ਨੇ। ਫਿਰ ਜਿਵੇਂ ਜਿਵੇਂ ਉਮਰ ਲੰਘਦੀ ਹੈ, ਲਾਈਫ ਸਪੈਂਡ ਹੁੰਦੀ ਹੈ, ਇਹ ਸਰੀਰ ਜਿਹੜਾ ਜਵਾਨੀ ਦੇ ਵਿੱਚ ਬੜਾ ਖੂਬਸੂਰਤ ਨਜ਼ਰ ਆ ਰਿਹਾ ਸੀ, ਉਹ ਹੁਣ ਖੂਬਸੂਰਤੀ ਥੋੜ੍ਹੀ ਢਲਣੀ ਸਟਾਰਟ ਹੋ ਜਾਂਦੀ ਹੈ। ਇਹ ਜਿਸ ਚੇਂਜ ਦੀ ਗੱਲ ਗੁਰੂ ਨਾਨਕ ਸਾਹਿਬ ਇਹਨਾਂ ਪਾਵਨ ਬਚਨਾਂ 'ਚ ਕਰਦੇ ਪਏ ਨੇ। ਕਹਿੰਦੇ ਬਚਪਨ ਤੋਂ ਜਵਾਨੀ ਆ ਗਈ, ਜਵਾਨੀ ਦੇ ਵਿੱਚ ਕੇਸ ਸਾਰੇ ਹੀ ਕਾਲੇ ਨੇ, ਚਾਹੇ ਦਾੜੀ ਦੇ ਨੇ, ਇਨਸਾਨ ਮਰਦ ਦੀ ਗੱਲ ਕਰੀਏ ਮੇਲ ਦੀ, ਦਾੜੀ ਦੇ ਨੇ, ਚਾਹੇ ਸਿਰ ਦੇ ਕੇਸ ਨੇ, ਸਾਰੇ ਕਾਲੇ ਨੇ। ਜੇ ਬੀਬੀਆਂ ਦੀ ਗੱਲ ਕਰ ਲਈਏ ਤੇ ਸਿਰ ਦੇ ਕੇਸ ਕਾਲੇ ਨੇ। ਪਰ ਜਦੋਂ ਜਵਾਨੀ ਥੋੜ੍ਹੀ ਜਿਹੀ ਹੁਣ ਢਲਣੀ ਸ਼ੁਰੂ ਹੁੰਦੀ ਹੈ, ਜਵਾਨੀ ਜਾਣੀ ਸਟਾਰਟ ਹੋ ਜਾਂਦੀ ਹੈ, ਜਿਵੇਂ ਆਪਾਂ ਬਾਵਨ ਬਾਣੀ ਦਾ ਬਚਨ ਪੜ੍ਹ ਲਈਏ, ਸਤਿਗੁਰੂ ਜੀ ਕਹਿੰਦੇ 10 ਬਾਲਤਨ 20 ਸਰਵਣ 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪੱਗ ਖਿਸੈ, 60 ਕੇ ਬੁਢੇਪਾ ਆਵੇ। 10 ਬਾਲਤਨ, 10 ਸਾਲਾਂ ਦਾ ਬੱਚੇ, 10 ਸਾਲ ਦੀ ਉਮਰ ਤੱਕ ਬਚਪਨ ਆਏ ਜੀ। 20 ਸਰਵਣ, 10 ਤੋਂ 20 ਸਾਲ ਦਾ ਜਿਹੜਾ ਟਾਈਮ ਨਾ, ਇਹਦੇ ਵਿੱਚ ਬੱਚਾ ਜਿਹੜਾ ਨਾ ਉਹ ਜਵਾਨ ਹੋਣਾ ਸ਼ੁਰੂ ਹੁੰਦਾ ਹੈ। 30 ਕਾ ਸੁੰਦਰ ਕਹਾਵੇ, 30 ਸਾਲ ਦਾ ਪੂਰਨ ਤੌਰ ਤੇ ਜਵਾਨ ਹੈ ਜੀ। 40 ਪੁਰ ਹੋਏ, 40 ਸਾਲਾਂ ਦਾ ਜਦੋਂ ਹੋ ਜਾਂਦਾ ਨਾ, ਸਤਿਗੁਰੂ ਜੀ ਕਹਿੰਦੇ ਹੁਣ ਇਹਦੀ ਬਾਡੀ ਜਿਹੜੀ ਨਾ ਪੂਰਨ ਤੌਰ ਤੇ ਕੰਪਲੀਟ ਹੋ ਗਈ। ਇੱਥੇ ਕੰਪਲੀਟ ਹੋਣ ਦਾ ਭਾਵ ਹੈ, ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਇਨਸਾਨ ਦੇ ਮੂੰਹ ਦੇ ਵਿੱਚ ਜਿਹੜੇ ਦੰਦ ਨੇ ਇਹ ਟੋਟਲ 32 ਮੰਨੇ ਜਾਂਦੇ ਨੇ, 32 ਮੰਨੇ ਜਾਂਦੇ ਨੇ। ਪਰ ਇੱਕ ਦਾੜ, ਪੰਜਾਬੀ 'ਚ ਦਾੜ ਬੋਲਦੇ ਨੇ ਜੀ, ਜਿਨ੍ਹਾਂ ਨੂੰ ਪੁਰਾਣੇ ਲਫ਼ਜ਼ ਸ਼ਾਇਦ ਆਉਂਦੇ ਹੋਣਗੇ ਜਾਂ ਪਤਾ ਹੋਣਗੇ, ਉਹ ਸਮਝਣਗੇ ਜ਼ਰੂਰ। ਇੱਕ ਹੁੰਦੀ ਹੈ ਅਕਲ ਦਾੜ। ਅਕਲ ਦਾੜ ਜਿਹੜੀ ਹੈ ਨਾ, ਉਹ ਬਚਪਨ 'ਚ ਨਹੀਂ ਆਉਂਦੀ, ਉਹ ਜਵਾਨੀ 'ਚ ਵੀ ਨਹੀਂ ਆਉਂਦੀ। ਉਹ ਇਹੀ ਉਮਰ ਹੈ ਜਿੱਥੇ ਗੁਰੂ ਸਾਹਿਬ ਕਹਿੰਦੇ ਪਏ ਨੇ ਨਾ, 40 ਪੁਰ ਹੋਏ, 40 ਪੁਰ ਹੋਏ, ਪੂਰੀ ਬਾਡੀ ਕੰਪਲੀਟ ਹੋ ਗਈ ਹੈ ਜੀ ਹੁਣ। 85 ਪੱਗ ਖਿਸੈ, 40 ਤੋਂ ਬਾਅਦ ਫਿਰ ਇਹਦਾ ਪੈਰ ਜਿਹੜਾ ਨਾ ਉਹ ਖਿਸੈ ਦਾ ਮਤਲਬ ਸਲਿੱਪ ਹੋਣਾ ਸ਼ੁਰੂ ਹੋ ਜਾਂਦਾ ਹੈ, ਖਿਸਕਣਾ ਸ਼ੁਰੂ ਹੋ ਜਾਂਦਾ ਹੈ। ਫਿਰ 60 ਕੇ ਬੁੱਢੇ ਪਾਵੇ। ਇੱਥੇ ਹੁਣ 40 ਸਾਲ ਤੋਂ ਬਾਅਦ, ਵੈਸੇ ਅੱਜ ਕੱਲ੍ਹ ਜਿੱਦਾਂ ਦਾ ਸਮਾਂ ਹੈ ਜੀ, ਬੱਚਿਆਂ ਦੇ ਜਵਾਨੀ ਦੇ ਵਿੱਚ ਹੀ ਵਾਲ ਚਿੱਟੇ ਹੋ ਜਾਂਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਹੁਣ ਕਾਲਿਆਂ ਤੋਂ ਚਿੱਟੇ ਹੋਣੇ ਸ਼ੁਰੂ ਹੋ ਗਏ, ਇਹ ਚੇਂਜ ਆਉਣਾ ਸਟਾਰਟ ਹੋ ਗਿਆ ਬਾਡੀ ਦੇ ਵਿੱਚ। ਇੱਕ ਹੋਰ ਬੁਢੇਪੇ ਵੱਲ ਕਦਮ ਵਧਣੇ ਸ਼ੁਰੂ ਹੋ ਗਏ। ਜੋ ਕੁਝ ਵੀ ਬਾਕੀ ਪ੍ਰਮਾਤਮਾ ਨੇ ਚੇਂਜ ਕੀਤਾ, ਸੀਜ਼ਨ ਚੇਂਜ ਹੋਇਆ, ਅਸੀਂ ਅਸੈਪਟ ਕਰ ਲਿਆ। ਹੋਰ ਕੁਝ ਚੇਂਜ ਹੋਇਆ, ਨੈਚੁਰਲੀ ਅਸੀਂ ਅਸੈਪਟ ਕਰ ਲਿਆ। ਪਰ ਪਤਾ ਨਹੀਂ ਜਦੋਂ ਸਾਡੀ ਬਾਡੀ ਦੇ ਵਿੱਚ ਇਹ ਲਾਸਟ ਸਟੈਪ ਤੇ ਜਾ ਕੇ ਚੇਂਜ ਆਉਣਾ ਸ਼ੁਰੂ ਹੁੰਦਾ ਹੈ ਨਾ, ਜਦੋਂ ਕਾਲਿਆਂ ਤੋਂ ਚਿੱਟੇ ਹੋਣੇ, ਕਾਲੀ ਹੂੰ ਫੁੰਨ ਧੌਲੇ ਆਏ। ਕਾਲੀ ਹੂੰ, ਕਾਲਿਆਂ ਤੋਂ ਧੌਲੇ, ਧੌਲੇ ਮਤਲਬ ਵਾਲਾਂ ਦਾ ਚਿੱਟੇ ਹੋ ਜਾਣਾ। ਕਾਲੀ ਹੂੰ ਫੁੰਨ ਧੌਲੇ ਆਏ, ਵਿਨ ਨਾਮ ਹੈ ਗੱਥ ਗਿਆ ਗਵਾਏ। ਸਤਿਗੁਰੂ ਜੀ ਕਹਿੰਦੇ ਹੁਣ ਕਾਲਿਆਂ ਤੋਂ ਜਦੋਂ ਚਿੱਟਾ ਹੋਣਾ ਸ਼ੁਰੂ ਹੁੰਦਾ ਹੈ ਨਾ, ਇਸ ਚੇਂਜ ਨੂੰ ਮੋਸਟਲੀ, ਮੈਂ ਸਾਰਿਆਂ ਦੀ ਗੱਲ ਨਹੀਂ ਜੇ ਕਰਨ ਲੱਗਾ, ਮੋਸਟਲੀ ਅਸੀਂ ਅਸੈਪਟ ਨਹੀਂ ਕਰ ਪਾਉਂਦੇ। ਅਸੀਂ ਫਿਰ ਸੋਚਦੇ ਹਾਂ ਕਿ ਇਹਨਾਂ ਨੂੰ, ਇਹ ਕਾਲੇ ਸੀ, ਬੜੇ ਖੂਬਸੂਰਤ ਸੀ, ਹੁਣ ਚਿੱਟੇ ਕਿਉਂ ਹੋ ਗਏ, ਇਹਨਾਂ ਨੂੰ ਫਿਰ ਅਸੀਂ ਕਾਲਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਕਿਸੇ ਚੇਂਜ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਨਾ ਹੀ ਕਰ ਸਕਦੇ ਹਾਂ। ਤੇ ਸਾਧ ਸੰਗਤ, ਇਹ ਜਿਹੜਾ ਬਾਡੀ ਦੇ ਵਿੱਚ ਹੁਣ ਚੇਂਜ ਆਇਆ ਨਾ, ਇਹ ਵੀ ਉਸ ਮਾਲਕ ਦੇ ਦੁਆਰਾ ਹੀ ਚੇਂਜ ਕੀਤਾ ਹੈ। ਇਹ ਨਾ ਤੁਹਾਡੇ ਹੱਥ ਵਿੱਚ ਹੈ, ਨਾ ਕਿਸੇ ਹੋਰ ਦੇ ਹੱਥ ਵਿੱਚ ਹੈ। ਇਹ ਮਾਲਕ ਦਾ ਆਪਣਾ ਬਣਾਇਆ ਹੋਇਆ ਨਿਯਮ ਹੈ ਕਿ ਇੱਕ ਉਮਰ ਤੋਂ ਬਾਅਦ ਇਹ ਕਾਲੇ ਵਾਲ ਜਿਹੜੇ ਨੇ ਇਹ ਚਿੱਟੇ ਹੋਣੇ ਹੀ ਹੋਣੇ ਨੇ। ਕਿਸੇ ਵੀ ਕੀਮਤ ਤੇ ਇਹਨੂੰ ਰੋਕਿਆ ਨਹੀਂ ਜੇ ਜਾ ਸਕਦਾ। ਬਚਨ ਪੜੋ, ਕੀ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ? ਕਹਿੰਦੇ ਕੱਕੈ, ਗੁਰਮੁਖੀ ਦਾ ਜਿਹੜਾ ਕੱਕਾ ਲੈਟਰ ਹੈ, ਉਹਦੇ ਰਾਹੀਂ ਉਪਦੇਸ਼ ਹੈ। ਕੱਕੈ ਕੇਸ ਪੁੰਡਰ। ਪੁੰਡਰ ਕਹਿੰਦੇ ਨੇ ਜੀ ਚਿੱਟਾ ਕੌਲ ਫੁੱਲ, ਫੁੱਲ ਹੁੰਦੇ ਨੇ ਵਾਈਟ ਕਲਰ ਦੇ, ਕਮਲ ਫੁੱਲ ਕਹਿ ਲਈਏ ਜਾਂ ਕੋਈ ਹੋਰ ਵਾਈਟ ਕਲਰ ਦਾ ਫੁੱਲ ਕਹਿ ਲਈਏ। ਸਤਿਗੁਰੂ ਜੀ ਕਹਿੰਦੇ ਕੱਕੈ ਕੇਸ ਪੁੰਡਰ ਜਬ ਹੂਏ, ਵਿਣ ਸਾਬੂਣੈ ਉਜਲਿਆ। ਇਹਨਾਂ ਹੁਣ ਕਿਉਂਕਿ ਮਾਰਕੀਟ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪ੍ਰੋਡਕਟ ਤੁਹਾਨੂੰ ਪਤਾ ਮਿਲਦੇ ਨੇ, ਪ੍ਰੋਡਕਟ ਮਿਲਦੇ ਨੇ ਬਾਜ਼ਾਰ ਦੇ ਵਿੱਚੋਂ। ਐਸੇ ਪ੍ਰੋਡਕਟ ਨੇ ਜਦੋਂ ਤੁਸੀਂ ਆਪਣੇ ਕੇਸਾਂ ਤੇ ਆਪਣੀ ਦਾੜੀ ਤੇ ਲਗਾਉਂਦੇ ਹੋ ਤੇ ਉਹ ਚਿੱਟੀ ਤੋਂ ਕਾਲੀ ਕਰ ਦਿੰਦੇ ਨੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਕਾਲਿਆਂ ਤੋਂ ਚਿੱਟੇ ਕਰਨ ਦੇ ਲਈ ਪ੍ਰਮਾਤਮਾ ਨੇ ਕੋਈ ਸਾਬਣ ਥੋੜੀ ਨਾ ਯੂਜ਼ ਕੀਤਾ ਹੈ, ਪ੍ਰਮਾਤਮਾ ਨੇ ਕੋਈ ਪ੍ਰੋਡਕਟ ਥੋੜੀ ਨਾ ਯੂਜ਼ ਕੀਤਾ ਹੈ ਕਿ ਤੁਹਾਡੇ ਚਿਹਰੇ ਦੇ ਉੱਤੇ ਜਾਂ ਤੁਹਾਡੇ ਕੇਸਾਂ ਦੇ ਉੱਤੇ ਮਲ ਦਿੱਤਾ ਤੇ ਉਹ ਚਿੱਟੇ ਹੋ ਗਏ। ਸਤਿਗੁਰੂ ਜੀ ਕਹਿੰਦੇ ਨਹੀਂ,
ਇਹ ਨੈਚੁਰਲੀ ਹੈ, ਇਹ ਨੈਚੁਰਲੀ ਪ੍ਰੋਸੈਸ ਹੈ, ਇਹ ਨੈਚੁਰਲੀ ਚੇਂਜ ਆਇਆ ਹੈ ਬਾਡੀ ਦੇ ਵਿੱਚ। ਵਿਣ ਸਾਬੂਣ ਹੈ ਉਜਲਿਆ। ਹੁਣ ਜਿਹੜੀ ਅਗਲੀ ਗੱਲ ਸਤਿਗੁਰੂ ਜੀ ਕਹਿ ਰਹੇ ਨੇ ਬੜੀ ਕਮਾਲ ਦੀ, ਕਹਿੰਦੇ ਜਮਰਾਜੇ ਕੇ ਹੀਰੂ ਆਏ। ਜਮਰਾਜੇ ਕੇ ਹੀਰੂ ਆਏ ਦਾ ਮਤਲਬ ਇੱਥੇ ਹੈ ਮੌਤ ਦਾ ਬੁਲਾਵਾ ਆਉਣਾ ਸ਼ੁਰੂ ਹੋ ਗਿਆ ਹੈ, ਜਾਂ ਇੱਦਾਂ ਕਹਿ ਲਈਏ ਕਿ ਸੱਦਾ ਆ ਹੀ ਗਿਆ ਜੀ। ਜਮਰਾਜਾ ਕੇ ਹੀਰੂ ਆਏ। ਹੀਰੂ, ਵੈਸੇ ਹੀਰੂ ਜਿਹੜਾ ਲਫ਼ਜ਼ ਹੈ ਨਾ, ਇਹ ਵੱਖ-ਵੱਖ ਤਰ੍ਹਾਂ ਦੇ ਨਾਲ ਅਕੋਰਡਿੰਗ ਟੂ ਸੈਂਟੈਂਸ ਯੂਜ਼ ਕੀਤਾ ਜਾਂਦਾ ਹੈ। ਦੇਖਣਾ, ਕਿਸੇ ਵੱਲ ਬੜੇ ਗੌਰ ਦੇ ਨਾਲ ਦੇਖਣਾ, ਇਹਨੂੰ ਵੀ ਹੀਰੂ ਕਹਿੰਦੇ ਨੇ, ਹੀਰਨਾ ਕਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਹੁਣ ਮੌਤ ਜਿਹੜੀ ਹੈ ਨਾ ਇਨਸਾਨ ਨੂੰ ਦੇਖਦੀ ਪਈ ਹੈ, ਪਰ ਮਾਇਆ ਕੈ ਸੰਗਲ ਬੰਧ ਲਿਆ। ਬੰਦਾ ਅਜੇ ਵੀ ਮਾਇਆ ਦੇ ਸੰਗਲਾਂ ਦੇ ਵਿੱਚ ਵੱਜਾ ਪਿਆ ਹੈ। ਹੁਣ ਆਹ ਜਿਹੜਾ ਮਾਇਆ ਲਫ਼ਜ਼ ਹੈ ਨਾ ਸਾਧ ਸੰਗਤ, ਮੋਸਟਲੀ ਅਸੀਂ ਕੀ ਸੋਚਦੇ ਹਾਂ ਕਿ ਸ਼ਾਇਦ ਪੈਸੇ ਨੂੰ, ਦੌਲਤ ਨੂੰ, ਵੈਲਥ ਨੂੰ ਹੀ ਗੁਰੂ ਸਾਹਿਬ ਨੇ ਮਾਇਆ ਕਿਹਾ ਹੈ। ਪਰ ਮੈਂ ਇੱਥੇ ਇੱਕ ਬੇਨਤੀ ਕਰਦਿਆਂ ਤੇ ਮੈਂ ਮੁਆਫੀ ਵੀ ਮੰਗ ਲਵਾਂ ਸਰਬੱਤ ਸੰਗਤ ਦੇ ਕੋਲੋਂ, ਜੇ ਮੇਰੇ ਇਹ ਵਰਤੇ ਹੋਏ, ਯੂਜ਼ ਕੀਤੇ ਹੋਏ ਵਰਡ ਕਿਸੇ ਨੂੰ ਦੁੱਖ ਦੇਣ ਜਾਂ ਹਰਟ ਕਰਨ, ਤਾਂ ਮੈਂ ਹੱਥ ਜੋੜ ਕੇ ਉਹਨਾਂ ਦੇ ਕੋਲੋਂ ਮਾਫੀ ਮੰਗਾ। ਮਾਇਆ ਕੇਵਲ ਪੈਸਾ ਨਹੀਂ ਹੈ। ਜਦੋਂ ਅਸੀਂ ਪਰਮਾਤਮਾ ਦੇ ਬਣਾਏ ਹੋਏ ਰੂਲ ਦੇ ਵਿੱਚ ਇੰਟਰਫੇਰੈਂਸ ਕਰਦੇ ਹਾਂ, ਦਖਲ ਅੰਦਾਜ਼ੀ ਕਰਦੇ ਹਾਂ, ਇਹਦਾ ਮਤਲਬ ਹੈ ਜਦੋਂ ਮੇਰੇ ਵਾਲ ਨੈਚੁਰਲੀ ਵਾਈਟ ਹੋ ਗਏ, ਚਿੱਟੇ ਹੋ ਗਏ, ਹੁਣ ਮੈਂ ਉਹਨਾਂ ਨੂੰ ਕਾਲੇ ਕਰਨ ਦੀ ਕੋਸ਼ਿਸ਼ ਪਿਆ ਕਰਦਾ। ਕਾਹਦੇ ਵਾਸਤੇ ਕਾਲੇ ਕਰ ਰਿਹਾ? ਤਾਂ ਕਿ ਦੁਨੀਆ ਦੀ ਨਜ਼ਰ ਦੇ ਵਿੱਚ ਮੈਂ ਜਵਾਨ ਨਜ਼ਰ ਆਵਾਂ। ਦੁਨੀਆ ਵਾਲੇ ਮੈਨੂੰ ਇਹ ਦੇਖ ਕੇ ਇਹ ਨਾ ਕਹਿਣ ਤੂੰ ਬੁੱਢਾ ਹੋ ਗਿਆ। ਆ ਬੁੱਢਾ ਲਫ਼ਜ਼ ਜਿਹੜਾ ਨਾ ਅੱਜ ਕੱਲ੍ਹ ਸਾਨੂੰ ਬੜਾ ਦੁੱਖ ਦਿੰਦਾ ਜੇ, ਬੜਾ ਚੁਭਦਾ ਹੈ। ਜਦੋਂ ਕੋਈ ਕਹਿੰਦਾ ਨਾ ਬੁੱਢਾ ਹੋ ਗਿਆ, ਬੜਾ ਚੁਭਦਾ ਜੇ ਇਹ ਵਰਡ ਬਹੁਤਿਆਂ ਨੂੰ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਇਹ ਵੀ ਮਾਇਆ ਜੀ, ਭੁਲੇਖੇ 'ਚ ਨਾ ਰਿਓ ਕਿਤੇ। ਕੱਲਾ ਪੈਸਾ, ਧਨ, ਦੌਲਤ, ਜ਼ਮੀਨ ਜਾਇਦਾਦ ਮਾਇਆ ਨਹੀਂ। ਸਤਿਗੁਰੂ ਜੀ ਕਹਿੰਦੇ ਜੇਕਰ ਤੂੰ ਪਰਮਾਤਮਾ ਦੇ ਬਣਾਏ ਹੋਏ ਚੇਂਜ ਦੇ ਵਿੱਚ ਇੰਟਰਫੇਰੈਂਸ ਕਰਦਾ ਪਿਆ ਏ, ਇਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਿਆ ਏ ਤਾਂ ਕਿ ਮੈਂ ਲੋਕਾਂ ਨੂੰ ਜਵਾਨ ਨਜ਼ਰ ਆ ਸਕਾਂ, ਸਤਿਗੁਰੂ ਜੀ ਕਹਿੰਦੇ ਇਹ ਵੀ ਮਾਇਆ ਦਾ ਇੱਕ ਰੂਪ ਹੈ। ਤੇ ਖਿਆਲ ਕਰਿਓ ਸਾਧ ਸੰਗਤ, ਪਰਮਾਤਮਾ ਦੁਆਰਾ ਬਣਾਈ ਹੋਈ ਜਿਹੜੀ ਬਿਊਟੀ ਹੈ ਨਾ, ਖੂਬਸੂਰਤੀ, ਤੁਸੀਂ ਕਿਸੇ ਹਿਲ ਸਟੇਸ਼ਨ ਤੇ ਜਾਂਦੇ ਹੋ, ਕਿਸੇ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚ ਤੁਸੀਂ ਘੁੰਮਦੇ ਹੋ, ਤੁਹਾਨੂੰ ਪਤਾ ਹੈ ਪਰਮਾਤਮਾ ਨੇ ਬੜੀ ਖੂਬਸੂਰਤੀ ਬਣਾਈ ਹੋਈ ਹੈ ਜੀ, ਬਹੁਤ ਖੂਬਸੂਰਤੀ ਬਣਾਈ ਹੋਈ ਹੈ। ਬੜੇ ਨੈਚੁਰਲ ਐਸੇ ਪਲੇਸਿਸ ਨੇ, ਐਸੇ ਹਿਲ ਸਟੇਸ਼ਨਸ ਨੇ ਜਿੱਥੇ ਜਾ ਕੇ ਤੁਸੀਂ ਉਸ ਖੂਬਸੂਰਤੀ ਦਾ ਆਨੰਦ ਮਾਣਦੇ ਹੋ। ਪਰ ਸਪੋਜ਼ ਕਰੋ ਜੇਕਰ ਉਸ ਖੂਬਸੂਰਤੀ ਦੇ ਵਿੱਚ ਕੋਈ ਇਨਸਾਨ ਜਿਹੜਾ ਹੈ ਨਾ, ਉਹ ਸੋਚੇ ਕਿ ਇਹ ਚੀਜ਼ ਇੱਦਾਂ ਨਹੀਂ, ਇੱਦਾਂ ਹੋਣੀ ਚਾਹੀਦੀ ਸੀ, ਉਹਦੇ ਵਿੱਚ ਇੰਟਰਫੇਰੈਂਸ ਕਰਨਾ ਸ਼ੁਰੂ ਕਰ ਦੇਵੇ, ਤੇ ਉਹ ਇਹਦਾ ਮਤਲਬ ਇਹ ਨਹੀਂ ਕਿ ਉਸ ਬਿਊਟੀ ਨੂੰ ਉਹ ਸਵਾਰਦਾ ਪਿਆ ਹੈ, ਨਹੀਂ, ਉਹਨੂੰ ਵਿਗਾੜਦਾ ਪਿਆ ਹੈ। ਇਹ ਜਿਹੜਾ ਸਰੀਰ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਨਾ, ਕੀ ਕਹਿੰਦੇ ਨੇ ਜੀ ਅੰਗਰੇਜ਼ੀ 'ਚ, ਐਵਰੀਵਨ ਹੈਵ ਹਿਜ਼ ਓਨ ਬਿਊਟੀ, ਹੈ ਨਾ ਜੀ। ਹਰ ਕੋਈ ਪਰਮਾਤਮਾ ਨੇ ਖੂਬਸੂਰਤ ਬਣਾਇਆ ਹੈ। ਇਹ ਨਹੀਂ ਕਿ ਰੰਗ ਰੂਪ ਦੇ ਤੌਰ ਤੇ ਅਸੀਂ ਕਹਿ ਨਹੀਂ ਸਕਦੇ ਕਿ ਬੜਾ ਖੂਬਸੂਰਤ ਹੈ ਜਾਂ ਇਹ ਨਹੀਂ ਹੈ। ਹਰ ਇੱਕ ਨੂੰ ਪਰਮਾਤਮਾ ਨੇ ਆਪਣੇ ਤੌਰ ਤੇ ਖੂਬਸੂਰਤੀ ਦਿੱਤੀ ਹੋਈ ਹੈ। ਤੇ ਜੇ ਪਰਮਾਤਮਾ ਨੇ ਖੂਬਸੂਰਤੀ ਦਿੱਤੀ ਹੈ ਤੇ ਫਿਰ ਮੈਂ ਕੌਣ ਹੁੰਦਾ ਆਪਣੇ ਆਪ ਨੂੰ ਸਵਾਰਨ ਵਾਲਾ? ਇਹ ਜਿਹੜੇ ਮਾਫ ਕਰਨਾ ਬਿਊਟੀ ਪ੍ਰੋਡਕਟ ਅਸੀਂ ਖਰੀਦਦੇ ਹਾਂ ਨਾ ਬਾਜ਼ਾਰੋਂ, ਸਾਨੂੰ ਲੱਗਦਾ ਹੈ ਕਿ ਅਸੀਂ ਇਹਨਾਂ ਨੂੰ ਯੂਜ਼ ਕਰਕੇ ਖੂਬਸੂਰਤ ਨਜ਼ਰ ਆਉਂਦੇ ਹਾਂ, ਪਰ ਮਾਫ ਕਰਨਾ ਸਾਧ ਸੰਗਤ, ਇਹ ਬਿਊਟੀ ਪ੍ਰੋਡਕਟ ਨਹੀਂ ਨੇ। ਇਹ ਬਿਊਟੀ ਪ੍ਰੋਡਕਟ ਨਹੀਂ ਨੇ, ਇਹ ਤਾਂ ਸਗੋਂ ਕਿ ਖੂਬਸੂਰਤੀ ਨੂੰ ਵਿਗਾੜਨ ਵਾਲੇ ਪ੍ਰੋਡਕਟ ਨੇ। ਜਿੰਨੇ ਵੀ ਯੂਜ਼ ਕੀਤੇ ਜਾਂਦੇ ਨੇ ਸਾਰੇ ਕੈਮੀਕਲਸ ਨੇ। ਫਿਰ ਜਦੋਂ ਬੰਦਾ ਬਿਮਾਰ ਹੋ ਜਾਂਦਾ ਹੈ ਤੇ ਫਿਰ ਪਛਤਾਉਂਦਾ ਹੈ। ਸਤਿਗੁਰੂ ਜੀ ਕਹਿੰਦੇ ਜਮਰਾਜੇ ਕੈ ਹੀਰੂ ਆਏ। ਅਜੇ ਵੀ ਕਹਿੰਦੇ ਤੂੰ ਮਾਇਆ ਦੇ ਬੰਧਨਾਂ ਦੇ ਵਿੱਚ ਹੀ ਵੱਜਾ ਪਿਆ, ਮਾਇਆ ਕੈ ਸੰਗਲ ਬੰਧ ਲਿਆ। ਸਤਿਗੁਰੂ ਜੀ ਕਹਿੰਦੇ ਇਹਨਾਂ ਬੰਧਨਾਂ ਦੇ ਵਿੱਚੋਂ ਨਿਕਲਣਾ ਹੈ। ਇੱਕ ਚਲੋ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂ। ਕਹਿੰਦੇ ਇੱਕ ਮੱਛੀਆਂ ਪਕੜਨ ਵਾਲਾ ਬੰਦਾ, ਫਿਸ਼ਰਮੈਨ, ਅਜੇ ਸੂਰਜ ਨਿਕਲਿਆ ਨਹੀਂ ਤੇ ਉਹ ਇੱਕ ਰਿਵਰ ਦੇ ਕਿਨਾਰੇ ਤੇ ਜਾ ਕੇ ਬੈਠ ਗਿਆ ਮੱਛੀਆਂ ਪਕੜਨ ਵਾਸਤੇ, ਤੇ ਮਨ 'ਚ ਸੋਚਦਾ ਹੈ ਕਿ ਜਦੋਂ ਸੂਰਜ ਨਿਕਲੇਗਾ ਤੇ ਮੈਂ ਆਪਣਾ ਕੰਮ ਸ਼ੁਰੂ ਕਰਾਂਗਾ। ਸੂਰਜ ਨਿਕਲਣ ਦੀ ਉਡੀਕ ਕਰਨ ਲੱਗਾ। ਜਦੋਂ ਚੱਲ ਕੇ ਆ ਰਿਹਾ ਸੀ ਨਾ, ਹਨੇਰਾ ਸੀ ਅਜੇ, ਹਨੇਰੇ ਦੇ ਵਿੱਚ ਨਜ਼ਰ ਕੁਝ ਨਹੀਂ ਆ ਰਿਹਾ,
ਤੁਰ ਕੇ ਆ ਰਿਹਾ ਸੀ ਤੇ ਉਹਦਾ ਪੈਰ ਇੱਕ ਸੈਕ ਦੇ ਨਾਲ, ਪੰਜਾਬੀ 'ਚ ਕਹਿੰਦੇ ਨੇ ਜੀ ਬੋਰੀ, ਇੱਕ ਬੋਰੀ ਦੇ ਨਾਲ, ਇੱਕ ਸੈਕ ਦੇ ਨਾਲ ਉਹਦਾ ਪੈਰ ਟਕਰਾਉਂਦਾ ਹੈ ਤੇ ਉਹ ਸੋਚਦਾ ਹੈ ਕਿ ਸ਼ਾਇਦ ਇਹਦੇ ਵਿੱਚ ਪੱਥਰ ਨੇ। ਉਹ ਉਸ ਬੋਰੀ ਨੂੰ ਵੀ, ਉਸ ਸੈਕ ਨੂੰ ਵੀ ਚੁੱਕ ਕੇ ਤੇ ਸਾਈਡ ਤੇ ਰੱਖ ਲੈਂਦਾ, ਉੱਥੇ ਬੈਠ ਜਾਂਦਾ ਹੈ। ਆਪਣਾ ਨੈਟ ਜਿਹੜਾ ਮੱਛੀਆਂ ਪਕੜਨ ਵਾਸਤੇ ਉਸਨੇ ਲਗਾਉਣਾ ਉਹ ਵੀ ਕੋਲ ਰੱਖ ਲੈਂਦਾ ਹੈ, ਉਹ ਸੈਕ ਵੀ ਕੋਲ ਹੀ ਰੱਖ ਲੈਂਦਾ। ਹਨੇਰਾ ਹੈ, ਨਜ਼ਰ ਕੁਝ ਨਹੀਂ ਆ ਰਿਹਾ ਤੇ ਟਾਈਮ ਪਾਸ ਕਰਨ ਵਾਸਤੇ, ਹੁਣ ਕਿਉਂਕਿ ਬੰਦਾ ਵਿਹਲਾ ਤੇ ਬਹਿ ਨਹੀਂ ਸਕਦਾ, ਵੈਸੇ ਵੀ ਇਹ ਪੰਜਾਬੀਆਂ ਵਾਸਤੇ ਕਹਾਵਤ ਹੈ, ਵੈਸੇ ਬਣਾਈ ਹੋਈ ਸਿਆਣੇ ਨੇ, ਕਹਿੰਦੇ ਪੰਜਾਬੀ ਵਿਹਲਾ ਬਹਿ ਨਹੀਂ ਸਕਦਾ। ਤੇ ਉਹ ਬੰਦਾ ਵੀ ਨਾ ਵਿਹਲਾ, ਕਹਿੰਦਾ ਟਾਈਮ ਪਾਸ ਨਹੀਂ ਹੋ ਰਿਹਾ। ਕੀ ਕੀਤਾ ਜੀ ਉਹਨੇ, ਉਹ ਬੋਰੀ ਸੈਕ ਜਿਹੜੀ ਇਹਨਾਂ ਓਪਨ ਕੀਤੀ, ਉਹਦੇ ਵਿੱਚੋਂ ਪੱਥਰ ਫਟ ਕੱਢਿਆ, ਉਹਨੂੰ ਪਾਣੀ 'ਚ ਸੁੱਟ ਦਿੱਤਾ। ਦੂਜਾ ਪੱਥਰ ਕੱਢਿਆ, ਪਾਣੀ 'ਚ ਸੁੱਟ ਦਿੱਤਾ। ਲਗਾਤਾਰ ਪੱਥਰ ਸੁੱਟਦਾ ਰਿਹਾ। ਸੂਰਜ ਜਿਹੜਾ ਨਾ ਉਹ ਰਾਈਸ ਹੋਣਾ ਸਟਾਰਟ ਹੋਇਆ, ਚਾਨਣ ਹੋਣਾ ਸ਼ੁਰੂ ਹੋ ਗਿਆ ਜੀ, ਹਨੇਰਾ ਖਤਮ ਹੋਣਾ ਸ਼ੁਰੂ ਹੋਇਆ। ਤੇ ਇੰਨੇ ਨੂੰ ਸੂਰਜ ਨਿਕਲਣ ਤੋਂ ਪਹਿਲਾਂ ਉਹ ਬਹੁਤ ਜ਼ਿਆਦਾ ਪੱਥਰ ਜਿਹੜੇ ਨੇ ਨਾ ਉਹ ਬੋਰੀ ਵਿੱਚੋਂ ਕੱਢ ਕੇ ਤੇ ਪਾਣੀ 'ਚ ਸੁੱਟ ਚੁੱਕਾ ਹੈ। ਹੁਣ ਜਦੋਂ ਉਹ ਪੱਥਰ ਸੁੱਟਣ ਲੱਗਾ, ਲਾਸਟ ਪੱਥਰ ਬੋਰੀ ਦੇ ਵਿੱਚ ਰਹਿ ਗਿਆ, ਉਹਨੇ ਹੱਥ ਪਾਇਆ ਸੈਕ ਦੇ ਵਿੱਚ, ਪੱਥਰ ਨੂੰ ਬਾਹਰ ਕੱਢਿਆ, ਸੁੱਟਣ ਲੱਗਾ। ਜਦੋਂ ਸੁੱਟਣ ਲੱਗਾ ਨਾ, ਅਚਾਨਕ ਉਹਦਾ ਧਿਆਨ ਪਿਆ ਉਸ ਪੱਥਰ ਵੱਲ। ਕੀ ਦੇਖਦਾ ਹੈ, ਉਹ ਪੱਥਰ ਨਹੀਂ ਜਿਸ ਨੂੰ ਉਹ ਪੱਥਰ ਸਮਝ ਕੇ ਹੁਣ ਤੱਕ ਸੁੱਟਦਾ ਰਿਹਾ ਸੀ ਨਾ, ਉਹ ਅਸਲ 'ਚ ਪੱਥਰ ਨਹੀਂ ਸੀ। ਕੀ ਸੀ? ਬੜੇ ਕੀਮਤੀ ਜਿਊਲ ਸੀਗੇ, ਜਿਨ੍ਹਾਂ ਨੂੰ ਹਨੇਰੇ ਦੇ ਕਰਕੇ ਉਹ ਸੁੱਟਦਾ ਰਿਹਾ। ਤੇ ਜਦੋਂ ਹੁਣ ਅਖੀਰ ਲਾਸਟ ਉਹ ਸਟੋਨ ਜਾਂ ਜਿਊਲ ਕਹਿ ਲਈਏ ਰਹਿ ਗਿਆ, ਸੁੱਟਣ ਲੱਗਾ ਸੀ, ਬਚ ਗਿਆ। ਜਦੋਂ ਧਿਆਨ ਪਿਆ, ਹੁਣ ਪਛਤਾਇਆ। ਛੇਤੀ ਨਾ ਪਤਾ ਕੀ ਕੀਤਾ ਉਹਨੇ, ਮਾਰੀ ਛਾਲ ਨਦੀ ਦੇ ਵਿੱਚ ਜਾਂ ਰਿਵਰ ਦੇ ਵਿੱਚ, ਪਾਣੀ ਦੇ ਵਿੱਚ ਉਤਰਿਆ ਕਿ ਸ਼ਾਇਦ ਮੈਨੂੰ ਲੱਭ ਜਾਏਗਾ ਕੁਝ। ਲੱਭਾ ਹੀ ਕੁਝ ਨਹੀਂ। ਸੇਮ ਸਿਚੁਏਸ਼ਨ ਸਾਡੇ ਨਾਲ, ਸੇਮ। ਅਸੀਂ ਵੀ ਉਸ ਫਿਸ਼ਰਮੈਨ ਦੀ ਤਰ੍ਹਾਂ, ਇਹ ਪ੍ਰਮਾਤਮਾ ਨੇ ਸਾਨੂੰ ਬੜੇ ਕੀਮਤੀ ਸਵਾਸ ਦਿੱਤੇ, ਬੜਾ ਕੀਮਤੀ ਇਹ ਪ੍ਰਾਈਸਲੈਸ ਜੀਵਨ ਦਿੱਤਾ, ਇਹ ਸਰੀਰ ਦਿੱਤਾ, ਪਰ ਮਾਇਆ ਕੈ ਸੰਗਲ ਬੰਧ ਲਿਆ। ਇਗਨੋਰੈਂਸ ਕਰਕੇ, ਮਾਇਆ ਦੇ ਜੰਜਾਲ ਦੇ ਵਿੱਚ, ਚੇਨਸ ਦੇ ਵਿੱਚ ਬੱਝੇ ਹੋਣ ਕਰਕੇ ਇਹਦੀ ਕੀਮਤ, ਇਹਦੀ ਵੈਲਿਊ ਅਸੀਂ ਸਮਝ ਹੀ ਨਹੀਂ ਸਕੇ। ਸਾਰੀ ਜ਼ਿੰਦਗੀ ਇਸ ਮਾਇਆ ਦੇ ਚੱਕਰ ਦੇ ਵਿੱਚੋਂ ਬਾਹਰ ਨਿਕਲ ਹੀ ਨਹੀਂ ਸਕੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਚੱਲਣ ਲੱਗੇ ਉਦਾਸੀਆਂ ਤੇ, ਭਾਈ ਮਰਦਾਨਾ ਜੀ ਨਾਲ ਨੇ, ਤੇ ਸਾਧ ਸੰਗਤ ਪਤਾ ਲੱਗਾ ਸੁਲਤਾਨਪੁਰ ਲੋਧੀ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਚੱਲਣ ਲੱਗੇ ਨੇ। ਸਾਰਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਦੌਲਤ ਖਾਨ ਲੋਧੀ ਜਿਹੜਾ ਸੁਲਤਾਨਪੁਰ ਦਾ ਨਵਾਬ ਸੀ, ਉਹਨੇ ਵੀ ਤਰਲੇ ਲਏ ਗੁਰੂ ਨਾਨਕ ਸਾਹਿਬ ਦੇ। ਉਹ ਗੁਰੂ ਸਾਹਿਬ ਦਾ ਬੜਾ ਸ਼ਰਧਾਲੂ ਬਣ ਗਿਆ ਸੀ ਜੀ। ਹਿਸਟਰੀ ਨੂੰ ਪੜਾਂਗੇ ਤੇ ਪਤਾ ਲੱਗੇਗਾ। ਦੌਲਤ ਖਾਨ ਲੋਧੀ ਵੀ ਗੁਰੂ ਨਾਨਕ ਸਾਹਿਬ ਦਾ ਬੜਾ ਸ਼ਰਧਾਲੂ ਸੀ। ਭਾਈ ਗੁਰਦਾਸ ਜੀ ਨੇ ਉਹਨਾਂ ਦਾ ਨਾਂ ਆਪਣੀਆਂ ਵਾਰਾਂ ਦੇ ਵਿੱਚ ਯੂਜ਼ ਕੀਤਾ ਹੈ, ਭਾਈ ਦੌਲਤ ਖਾਨ ਲੋਧੀ ਦਾ। ਤੇ ਦੌਲਤ ਖਾਨ ਨੇ ਵੀ ਬੜੇ ਤਰਲੇ ਲਏ। ਸੁਲਤਾਨਪੁਰ ਲੋਧੀ ਦੇ ਲੋਕ ਵੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਪਏ ਨੇ ਕਿ ਰੁਕ ਜਾਓ। ਸਤਿਗੁਰਾਂ ਦੇ ਪਿਤਾ ਜੀ, ਪਿਤਾ ਕਾਲੂ ਜੀ, ਉਹ ਵੀ ਕਹਿੰਦੇ ਪਏ ਨੇ ਰੁਕ ਜਾਓ। ਗੁਰੂ ਨਾਨਕ ਸਾਹਿਬ ਦੀ ਸੱਸ, ਮਦਰ ਇਨ ਲਾਅ, ਉਹਨਾਂ ਦਾ ਨਾਂ ਹਿਸਟਰੀ ਦੇ ਵਿੱਚ ਆਉਂਦਾ ਬੀਬੀ ਚੰਦੋ, ਉਹਨਾਂ ਨੇ ਵੀ ਕਿਹਾ। ਪਤਾ ਕੀ ਕਿਹਾ ਸੱਸ ਨੇ? ਗੁਰੂ ਨਾਨਕ ਸਾਹਿਬ ਦੀ ਸੱਸ ਨੇ, ਬੀਬੀ ਚੰਦੋ ਨੇ ਕੀ ਕਿਹਾ? ਕਹਿਣ ਲੱਗੀ, ਨਾਨਕ, ਜੇਕਰ ਤੂੰ ਪਰਿਵਾਰ ਨੂੰ ਤਿਆਗ ਹੀ ਦੇਣਾ ਸੀ, ਜੇਕਰ ਤੂੰ ਪਰਿਵਾਰ ਨੂੰ ਛੱਡ ਕੇ ਚਲੇ ਹੀ ਜਾਣਾ ਸੀ, ਤੇ ਫਿਰ ਵਿਆਹ ਕਿਉਂ ਕਰਾਇਆ? ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਤਾ ਕੀ ਕਿਹਾ? ਸਾਰੇ ਰੋਕਣ ਦੀ ਕੋਸ਼ਿਸ਼ ਕਰਦੇ ਪਏ ਨੇ। ਗੁਰੂ ਨਾਨਕ ਸਾਹਿਬ ਦੀ ਸੱਸ ਕਹਿੰਦੀ ਹੈ ਕਿ ਜੇਕਰ ਪਰਿਵਾਰ ਨੂੰ ਛੱਡ ਹੀ ਜਾਣਾ ਸੀ ਤੇ ਵਿਆਹ ਕਿਉਂ ਕਰਵਾਇਆ? ਤੇ ਗੁਰੂ ਨਾਨਕ ਸਾਹਿਬ ਫਿਰ ਅੱਗੋਂ ਜਵਾਬ ਦਿੰਦੇ ਨੇ, ਕਹਿੰਦੇ ਮੈਂ ਪਰਿਵਾਰ ਨੂੰ ਤਿਆਗਣ ਨਹੀਂ ਲੱਗਾ, ਮੈਂ ਪਰਿਵਾਰ ਦਾ ਤਿਆਗ ਨਹੀਂ ਕਰਨ ਲੱਗਾ, ਮੈਂ ਤਾਂ ਜਗਤ ਜਲੰਦੇ ਨੂੰ ਠਾਰਨ ਵਾਸਤੇ ਨਿਕਲ ਲੱਗਾ, ਲੋਕਾਂ ਨੂੰ ਸੱਚ ਦੇ ਨਾਲ ਜੋੜਨ ਵਾਸਤੇ ਨਿਕਲ ਲੱਗਾ, ਜਿਹੜੇ ਮਾਇਆ ਦੇ ਸੰਗਲਾਂ ਦੇ ਵਿੱਚ ਵੱਜੇ ਪਏ ਨੇ ਉਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਨਿਕਲ ਲੱਗਾ, ਜਿਹੜੇ ਰਿਐਲਿਟੀ ਨੂੰ ਨਹੀਂ ਸਮਝ ਰਹੇ ਉਹਨਾਂ ਨੂੰ ਸੱਚ ਦਾ ਪਰਦਾ ਦਿਖਾਉਣ ਵਾਸਤੇ ਚੱਲਿਆ, ਉਹਨਾਂ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਵਾਸਤੇ ਜਾ ਰਹੇ ਹਾਂ। ਤੇ ਪਿਤਾ ਕਾਲੂ ਜੀ ਨੇ ਕਿਹਾ, ਕਹਿਣ ਲੱਗਾ ਤੂੰ ਘਰ ਬਹਿ ਕੇ ਕਮਾਈ ਕਰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਪਤਾ ਕੀ ਕਿਹਾ? ਕਹਿਣ ਲੱਗੇ, ਪਿਤਾ ਜੀ, ਜਿਸ ਕਮਾਈ ਦੀ ਤੁਸੀਂ ਗੱਲ ਕਰਦੇ ਹੋ ਨਾ, ਜਿਸ ਮਾਇਆ ਦੀ, ਜਿਸ ਪੈਸੇ ਦੀ ਗੱਲ ਕਰਦੇ ਹੋ, ਇਸ ਪੈਸੇ ਨੇ ਸਾਥ ਨਹੀਂ ਨਿਭਣਾ। ਜਿਸ ਮਾਇਆ ਦੀ ਗੱਲ ਕਰਦੇ ਹੋ, ਇਹਨੇ ਨਾਲ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਦਾ ਬੜਾ ਪਿਆਰਾ ਵਚਨ ਹੈ ਜੀ, ਬਾਣੀ ਦੇ ਵਿੱਚੋਂ ਪੜ੍ਹੋਗੇ, ਰਾਗ ਮਾਰੂ। ਸਤਿਗੁਰੂ ਜੀ ਕਹਿੰਦੇ, ਮਿਲ ਮਾਤ ਪਿਤਾ ਪਿੰਡ ਕਮਾਇਆ, ਤਿਨ ਕਰਤੇ ਲੇਖ ਲਿਖਾਇਆ, ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ
ਸੁਰਤ ਗਵਾਈ ਮੂਰਖ ਮਨ, ਕਾਹੇ ਕਰਸੈ ਮਾਣਾ, ਉੱਠ ਚੱਲਣਾ ਖਸਮੈ ਭਾਣਾ। ਸਤਿਗੁਰੂ ਜੀ ਅੱਗੇ ਚੱਲ ਕੇ ਕਹਿੰਦੇ ਨੇ ਇਨਸਾਨ ਜਿਹੜਾ ਨਾ ਘਰ ਘੁੰਮਣ ਵਾਣੀ ਭਾਈ, ਘੁੰਮਣ ਵਾਣੀ ਦਾ ਮਤਲਬ ਹੁੰਦਾ ਜੀ ਵਰਲਪੂਲ। ਇਸ ਮਾਇਆ ਦੇ ਵਰਲਪੂਲ ਦੇ ਵਿੱਚ ਇਨਸਾਨ ਜਿਹੜਾ ਨਾ ਫਸ ਚੁੱਕਾ ਹੈ ਬੁਰੀ ਤਰ੍ਹਾਂ, ਮਾਇਆ ਕੇ ਸੰਗਲ ਬੰਧ ਲਿਆ, ਨਿਕਲਿਆ ਨਹੀਂ ਜਾ ਰਿਹਾ ਇਹਦੇ ਵਿੱਚੋਂ ਬਾਹਰ। ਉਦੋਂ ਤੱਕ ਨਹੀਂ ਨਿਕਲਿਆ ਜਾ ਸਕਦਾ ਜਦੋਂ ਤੱਕ ਗੁਰੂ ਦਾ ਲੜ ਨਾ ਪਕੜਿਆ ਜਾਵੇ। ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਦੇ ਬੰਧਨਾਂ ਦੇ ਵਿੱਚ ਜਿਹੜਾ ਸੰਸਾਰ ਹੈ ਨਾ ਫਸਿਆ ਪਿਆ ਹੈ, ਮਾਇਆ ਦੇ ਬੰਧਨਾਂ ਦੇ ਵਿੱਚ ਫਸਿਆ ਪਿਆ ਹੈ, ਤੇ ਇਹਦੇ ਵਿੱਚੋਂ ਆਜ਼ਾਦ ਇਹ ਆਪਣੇ ਆਪ ਨਹੀਂ ਹੋ ਸਕਦਾ। ਫਸਿਆਂ ਨੂੰ ਆਜ਼ਾਦ ਕਰਨ ਵਾਸਤੇ ਮੈਂ ਨਿਕਲ ਲੱਗਾ ਘਰੋਂ, ਜਾਣ ਲੱਗਾ। ਤੇ ਗੁਰੂ ਸਾਹਿਬ ਨੇ ਉੱਥੇ ਬਚਨ ਵੀ ਕਿਹਾ, ਗੁਰਮੁਖ ਖੋਜਤ ਭਾਈ ਉਦਾਸੀ, ਸਿੱਧ ਗੋਸ਼ਟ ਚੋਂ ਪੜੋਗੇ। ਕਹਿੰਦੇ ਮੈਂ ਜਿਹੜੇ ਸੱਚ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਭਾਲਣ ਵਾਸਤੇ ਜਾ ਰਹੇ ਹਾਂ, ਤੇ ਜਿਹੜੇ ਮਾਇਆ ਦੇ ਜੰਗਲ ਬੰਧਨਾਂ ਦੇ ਵਿੱਚ ਬੱਝੇ ਪਏ ਨੇ ਉਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਜਾ ਰਹੇ ਹਾਂ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਕਹਿੰਦੇ ਪਏ ਨੇ, ਕਹਿੰਦੇ ਸਮਾਂ ਚੇਂਜ ਹੋ ਗਿਆ ਹੈ, ਜਵਾਨੀ ਜਿਹੜੀ ਹੈ ਉਹ ਬੁਢੇਪੇ ਦੇ ਵਿੱਚ ਕਨਵਰਟ ਹੋ ਚੁੱਕੀ ਹੈ। ਹੁਣ ਸਰੀਰ ਕਮਜ਼ੋਰ ਹੋ ਗਿਆ ਹੈ, ਪਰ ਅਜੇ ਵੀ ਮਾਇਆ ਦੀ ਜਿਹੜੀ ਪਕੜ ਹੈ ਉਹ ਕਮਜ਼ੋਰ ਨਹੀਂ ਹੋਈ। ਕਬੀਰ ਸਾਹਿਬ ਨੇ ਨਾ ਜੀ ਇੱਕ ਸ਼ਬਦ ਹੈ ਕਬੀਰ ਸਾਹਿਬ ਦਾ ਬੜਾ ਪਿਆਰਾ, ਉਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਉਹਦੇ ਥਰੂ, ਉਹ ਮੈਂ ਬਚਨ ਤੁਹਾਡੇ ਨਾਲ ਸਾਂਝਾ ਕਰਕੇ ਸਮਾਪਤੀ ਕਰਨੀ ਹੈ। ਕਬੀਰ ਸਾਹਿਬ ਕਹਿੰਦੇ ਕਿ ਅਮਲ ਸਿਰਾਨੋ ਲੇਖਾ ਦੇਣਾ, ਜੋ ਅਸੀਂ ਕਰਦੇ ਪਏ ਹਾਂ ਇਹਦਾ ਲੇਖਾ ਸਾਨੂੰ ਦੇਣਾ ਪੈਣਾ ਹੈ, ਇਹਦਾ ਹਿਸਾਬ ਕਿਤਾਬ ਸਾਨੂੰ ਦੇਣਾ ਪੈਣਾ। ਜੋ ਕਰਦੇ ਹਾਂ ਚੰਗਾ ਜਾਂ ਮਾੜਾ, ਇਹ ਤੋਂ ਬਚਿਆ ਨਹੀਂ ਜਾ ਸਕਦਾ, ਦੇਣਾ ਪੈਣਾ ਹੈ ਲੇਖਾ। ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਿਨ ਜਮਦੂਤ ਲੈਣਾ, ਆਏ ਕਠਿਨ ਜਮ ਰਾਜੇ ਕੇ ਹਿਰੂ ਆਏ। ਕਬੀਰ ਸਾਹਿਬ ਕਹਿੰਦੇ ਆਏ ਕਠਿਨ ਜਮਦੂਤ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ। ਕਹਿੰਦੇ ਚੱਲ ਭਈ, ਹੁਕਮ ਆ ਗਿਆ ਦਰਗਾਹ ਵੱਲੋਂ, ਮਾਲਕ ਦਾ ਹੁਕਮ ਆ ਗਿਆ, ਸੱਦਾ ਆ ਗਿਆ, ਚੱਲ ਕੀ ਖੱਟਿਆ ਤੇ ਕੀ ਗਵਾਇਆ ਈ, ਤੈਨੂੰ ਉੱਥੇ ਜਾ ਕੇ ਇਹ ਸਾਰਾ ਹਿਸਾਬ ਦੇਣਾ ਪੈਣਾ ਹੈ। ਤੇ ਜਿਹਨੂੰ ਲੈਣ ਵਾਸਤੇ ਆਏ ਨੇ ਨਾ ਜੀ, ਜਿਹਦੇ ਕੋਲ ਆਏ ਨੇ, ਆ ਜਮ ਰਾਜੇ ਕੇ ਹੇਰੂ ਆਏ, ਜਿਹਦੇ ਕੋਲ ਆਏ ਨੇ, ਉਹ ਪਤਾ ਕੋ ਕੀ ਕਹਿੰਦਾ ਹੈ? ਕਹਿੰਦਾ ਮੈਂ ਤੁਹਾਡੇ ਅੱਗੇ ਕਰੂੰ ਅਰਦਾਸ, ਮੈਂ ਇੱਕ ਤੁਹਾਡੇ ਅੱਗੇ ਬੇਨਤੀ ਕਰਦਾ, ਗਾਮ ਕਿਛ ਬਾਕੀ। ਉਹ ਬੰਦਾ ਲੱਗਦਾ ਹੈ ਕਿ ਕੋਈ ਮਨੀ ਲੈਂਡਰ ਸੀ ਜਿਹੜਾ ਲੋਕਾਂ ਨੂੰ ਪੈਸੇ ਉਧਾਰ ਦਿੰਦਾ ਸੀ, ਤੇ ਉਹਨੇ ਪਤਾ ਕੀ ਕਿਹਾ? ਕਹਿੰਦਾ ਕਿ ਜਮਦੂਤੋ ਤੁਸੀਂ ਆ ਗਏ ਹੋ ਤੇ ਮੇਰੀ ਇੱਕ ਤੁਹਾਡੇ ਅੱਗੇ ਅਰਦਾਸ ਹੈ, ਕਰੋ ਅਰਦਾਸ ਗਾਮ ਕਿਛ ਬਾਕੀ। ਮੈਂ ਨਾ ਲਾਗੇ ਪਿੰਡਾਂ ਦੇ ਲੋਕਾਂ ਨੇ ਮੇਰੇ ਕੋਲ ਨਾ ਪੈਸੇ ਉਧਾਰ ਲਏ ਹੋਏ ਨੇ, ਤੇ ਉਹਨਾਂ ਦੇ ਕੋਲੋਂ ਅਜੇ ਹਿਸਾਬ ਮੈਂ ਕਲੀਅਰ ਕੀਤਾ ਨਹੀਂ ਹੈ, ਤੇ ਮੈਨੂੰ ਤੁਸੀਂ ਸਮਾਂ ਦਿਓ ਥੋੜ੍ਹਾ ਜਿਹਾ। ਕਰੋ ਅਰਦਾਸ ਗਾਮ ਕਿਛ ਬਾਕੀ, ਲਿਓ ਨਿਵੇਰ ਆਜ ਕੀ ਰਾਤੀ। ਮੈਂ ਅੱਜ ਦੀ ਰਾਤ ਸਾਰਾ ਹਿਸਾਬ ਕਿਤਾਬ ਕਲੀਅਰ ਕਰ ਲਵਾਂਗਾ, ਸਾਰਿਆਂ ਦੇ ਕੋਲੋਂ ਜਿਨ੍ਹਾਂ ਕੋ ਪੈਸੇ ਲੈਣੇ ਨੇ ਮੈਂ ਇਕੱਠੇ ਕਰ ਲਿਆਵਾਂਗਾ। ਕਿਛ ਵੀ ਖਰਚ ਤੁਮਾਰਾ ਸਾਰੋਂ, ਉਹ ਜਿੰਨੇ ਪੈਸੇ ਇਕੱਠੇ ਹੋਣਗੇ ਨਾ ਥੋੜ੍ਹੇ ਜਿਹੇ ਮੈਂ ਤੁਹਾਨੂੰ ਵੀ ਦੇ ਦਾਂਗਾ। ਸੁਬਾਹ ਨਮਾਜ਼ ਸਰਾਏ ਗੁਜ਼ਾਰੋ, ਤੇ ਸਵੇਰ ਦੀ ਨਮਾਜ਼ ਤੁਹਾਡੇ ਨਾਲ ਜਾ ਕੇ ਮੈਂ ਉੱਥੇ ਹੀ ਪੜਾਂਗਾ। ਤੇ ਜਮਦੂਤ ਅੱਗੋਂ ਕੀ ਕਹਿੰਦੇ ਨੇ? ਕਹਿੰਦੇ ਨਾ ਭਾਈ ਹੁਣ ਨਹੀਂ, ਮਾਇਆ ਕੇ ਸੰਗਲ ਬੰਧ ਲਿਆ, ਮੌਤ ਆ ਗਈ ਹੈ, ਸਿਰ ਤੇ ਖੜੀ ਹੈ, ਪਰ ਮਾਇਆ ਦੀ ਪਕੜ ਅਜੇ ਵੀ ਨਹੀਂ ਟੁੱਟ ਰਹੀ। ਅਜੇ ਵੀ ਉਹਨਾਂ ਨੂੰ ਕਹਿੰਦਾ ਪਿਆ, ਮੌਤ ਨੂੰ ਕਹਿੰਦਾ ਪਿਆ ਕਿ ਮੈਨੂੰ ਥੋੜ੍ਹੀ ਜਿਹੀ ਮੋਹਲਤ ਦੇ ਦੇ। ਸਤਿਗੁਰੂ ਜੀ ਕਹਿੰਦੇ ਮੌਤ ਦੇ ਕੋਲੋਂ ਮੋਹਲਤ ਨਹੀਂ ਜੇ ਮਿਲ ਸਕਦੀ, ਮੌਤ ਦੇ ਕੋਲੋਂ ਸਮਾਂ ਨਹੀਂ ਜੇ ਲਿਆ ਜਾ ਸਕਦਾ। ਉਹ ਨਹੀਂ, ਉਹ ਇੱਕ ਸੈਕਿੰਡ ਵੀ ਜ਼ਿਆਦਾ, ਇੱਕ ਮਿਲੀ ਸੈਕਿੰਡ ਵੀ ਇੱਧਰ ਦਾ ਇੱਧਰ ਨਹੀਂ ਜੀ ਹੋ ਸਕਣਾ। ਉਹ ਸਮਾਂ ਆਉਣ ਤੋਂ ਪਹਿਲਾਂ ਸਤਿਗੁਰੂ ਜੀ ਕਹਿੰਦੇ ਬੜਾ ਚੰਗਾ ਹੋਏ ਜੇਕਰ ਤੂੰ ਮਾਲਕ ਦੇ ਨਾਲ ਜੁੜ ਕੇ ਇਸ ਮਾਇਆ ਦੇ ਬੰਧਨਾਂ ਨੂੰ ਤੋੜ ਲੈ। ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਆਪਣੇ ਚੇਂਜ ਨੂੰ ਅਸੈਪਟ ਕਰ ਲੈ, ਜ਼ਿੰਦਗੀ ਦੇ ਵਿੱਚ ਸੁਖੀ ਰਹੇਗਾ। ਦੂਜੀ ਗੱਲ ਇਹ ਹੈ ਕਿ ਉਸ ਮਾਲਕ, ਜੇਕਰ ਇਹ ਅਸੈਪਟੈਂਸ ਆ ਗਈ ਨਾ ਜੀਵਨ ਦੇ ਵਿੱਚ, ਮੈਂ ਅਸੈਪਟ ਕਰ ਲਿਆ, ਤੇ ਸਾਧ ਸੰਗਤ ਸਿੱਧੀ ਜੀ ਗੱਲ ਇਹ ਹੈ ਕਿ ਮਾਲਕ ਦੇ ਹੁਕਮ ਨੂੰ ਮੈਂ ਸਮਝ ਲਿਆ ਹੈ, ਤੇ ਜੇ ਸਮਝ ਲਿਆ ਹੁਕਮ ਨੂੰ, ਫਿਰ ਉਹਦੀ ਯਾਦ ਵਿੱਚ ਜੁੜ ਕੇ ਇਸ ਮਾਇਆ ਦੇ ਬੰਧਨਾਂ ਨੂੰ, ਮਾਇਆ ਦੀਆਂ ਚੇਨਸ ਨੂੰ, ਮਾਇਆ ਦੇ ਸੰਗਲਾਂ ਨੂੰ ਤੋੜ, ਤਾਂ ਹੀ ਤੇਰਾ ਪਾਰ ਉਤਾਰਾ ਹੋ ਸਕਣਾ ਹੈ। ਨਹੀਂ ਤਾਂ ਵਾਰ-ਵਾਰ ਜੰਮਣਾ ਮਰਨਾ ਇਸੇ ਤਰ੍ਹਾਂ ਲੱਗਾ ਰਹੇਗਾ। ਫਿਰ ਕਬੀਰ ਸਾਹਿਬ ਕਹਿੰਦੇ ਨੇ ਨਾ, ਕਹਿੰਦੇ ਪਤਾ ਨਹੀਂ ਮੈਂ ਕਿੰਨੀ ਵਾਰ ਇਸ ਦੁਨੀਆ ਦੇ ਵਿੱਚ ਆ ਚੁੱਕਾ, ਤੇ ਮਾਲਕ ਜੀ ਕਿਰਪਾ ਕਰ ਹੁਣ ਇਹ ਆਉਣਾ ਜਾਣਾ ਖਤਮ ਕਰ ਦੇ। ਤੇ ਖਤਮ ਤਾਂ ਹੀ ਹੋਣਾ ਜੇਕਰ ਉਸ ਮਾਲਕ ਦੇ ਨਾਲ ਜੁੜਾਂਗੇ। ਸਤਿਗੁਰੂ ਜੀ ਕਿਰਪਾ ਕਰਨ। ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ, ਕੱਕੈ ਕੇਸ ਪੁੰਡਰ ਜਬ ਹੂਵੇ, ਵਿਣ ਸਾਬੂ ਨੈ ਉਜਲਿਆ, ਜਮ ਰਾਜੇ ਕੇ ਹੇਰੂ ਆਏ, ਮਾਇਆ ਕੈ ਸੰਗਲ ਬੰਧ ਲਿਆ। ਕਿਤੇ
ਇਹ ਪਾਵਨ ਬਚਨ ਹਿਰਦੇ ਵਿੱਚ ਵਸ ਜਾਣ, ਤਾਂ ਕਿ ਇਹਨਾਂ ਨੂੰ ਕਮਾਉਂਦਿਆਂ ਹੋਇਆਂ ਜੀਵਨ ਸਫਲਾ ਹੋ ਸਕੇ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।